ਸਿੱਧੂ ਸਾਹਿਬ ਇਸ ਵਕਤ ਪਟਿਆਲੇ ਵਾਲੀ ਜੇਲ੍ਹ 'ਚ ਹੈ। ਪਹਿਲੀ ਗੱਲ ਤਾਂ ਇਹ ਬੜਾ ਰੌਲਾ ਪੈ ਗਿਆ ਜੀ ਕਿ ਵੀ ਉਹ ਸਿੱਧੂ ਸਾਹਿਬ ਦੇ ਔਖੇ ਟਾਈਮ ਤੇ ਉਹਨਾਂ ਦੇ ਜਿਹੜੇ ਬਹੁਤ ਨੇੜਲੇ ਯਾਰ ਸੀਗੇ ਪ੍ਰਗਟ ਸਿੰਘ ਹੋਣੀ ਕਿਤੇ ਨਜ਼ਰ ਹੀ ਨਹੀਂ ਆਏ। ਕੀ ਕਹਿੰਦੇ ਹੁੰਦੇ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ। ਇਹ ਤਾਂ ਕੋਈ ਰੌਲਾ ਨਹੀਂ ਹੈ। ਮੈਂ ਹਮੇਸ਼ਾ ਉਹਦਾ ਦੋਸਤ ਹੈਗਾ, ਰਿਹਾ ਆ ਤੇ ਹੈਗਾ ਜੀ। ਮੈਂ ਚੰਗੀਆਂ ਗੱਲਾਂ ਉਹਦੇ ਨਾਲ ਵੀ ਸਾਂਝੀਆਂ ਕਰਦਾ ਰਿਹਾ। ਮੋਦੀ ਜੀ ਇਹ ਕਹਿੰਦੇ ਸੀਗੇ ਵੀ 2014 ਤੋਂ ਪਹਿਲਾਂ ਸ਼ਾਇਦ ਹਿੰਦੁਸਤਾਨ ਹੈ ਹੀ ਨਹੀਂ ਸੀਗਾ। ਭਗਵੰਤ ਮਾਨ ਜੀ ਇਹ ਕਹਿਣ ਡਏ ਆ ਕਿ 2022 ਤੋਂ ਪਹਿਲਾਂ ਪੰਜਾਬ ਹੀ ਸ਼ਾਇਦ ਹੈ ਨਹੀਂ ਸੀਗਾ। ਸੋ ਲੇਕਿਨ ਮੈਂ ਵੀ ਹਮੇਸ਼ਾ ਬਦਲਾਅ ਦੀ ਰਾਜਨੀਤੀ ਵੱਲ ਦੇਖਦਾ ਰਹਿਣਾ ਕਿ ਮੌਜੂਦਾ ਸਿਸਟਮ ਆ ਉਹਦੇ ਵਿੱਚ ਬਦਲਾਅ ਆਉਣਾ ਚਾਹੀਦਾ ਜੀ। ਪਰ ਬਦਲਾਅ ਇੱਦਾਂ ਦਾ ਨਹੀਂ ਲੈ ਆਉਣਾ ਚਾਹੀਦਾ ਵੀ ਪਹਿਲਾਂ ਨਾਲੋਂ ਵੀ ਗਿੱਲ ਸੁੱਕ ਜਾਂਦੀ ਲੱਗੇ। ਆਮ ਆਦਮੀ ਬਣਦੇ ਚੰਨੀ ਸਾਹਿਬ ਜਿਸ ਤਰ੍ਹਾਂ ਆਪਣੇ ਉਹ ਭਾਂਜੇ ਵਾਲੇ ਕੇਸ ਦੇ ਵਿੱਚ ਫਸੇ ਤੇ ਉਸ ਤੋਂ ਬਾਅਦ ਫਿਰ ਉਹ 10 ਕਰੋੜ ਵਾਲਾ ਕੰਮ ਤੇ ਫਿਰ ਕਈ ਕੁਛ ਵਾਲਾ ਕੰਮ ਚੱਲ ਗਿਆ। ਤੁਹਾਨੂੰ ਲੱਗਦਾ ਉਹਨੇ ਵੀ ਨੁਕਸਾਨ ਕੀਤਾ? ਵੀ ਤੁਸੀਂ ਸੋਚ ਸਕਦੇ ਹੋ ਵੀ ਇਹਦਾ ਮਤਲਬ ਜੇ ਤੁਸੀਂ ਤਿੰਨੇ ਲੜੋਗੇ ਇਹਦਾ ਮਾਇਨਾ ਇਹ ਆ ਕਿ ਤੁਸੀਂ ਜਾਂ ਆਪ ਦੀ ਸਰਕਾਰ ਨੂੰ ਸੱਦਾ ਦੇ ਰਹੇ ਆ ਤੇ ਜਾਂ ਅਕਾਲੀ ਦਲ ਨੂੰ ਸੱਦਾ ਦੇ ਰਹੇ ਆ। ਹੁਣ ਜਾਖੜ ਸਾਹਿਬ ਜਿਸ ਤਰ੍ਹਾਂ ਜਿਉਂ ਮੇਰੇ ਖਿਆਲ ਨਾਲ ਚੰਨੀ ਸਾਹਿਬ ਵਾਲਾ ਉਹ ਡਿਸੀਜਨ ਹੋਇਆ ਉਹਦੇ ਤੋਂ ਲੈ ਕੇ ਉਹ ਜਿਵੇਂ ਪਾਰਟੀ ਤੋਂ ਪਿੱਛੇ ਹਟਦੇ ਇਸ ਵਾਰ ਇਲੈਕਸ਼ਨ ਵੀ ਲੜੀ ਉਹਨਾਂ ਨੇ ਤੇ ਅਖੀਰ ਐਂਡ ਤੱਕ ਆਉਂਦਿਆਂ ਉਹ ਹੁਣ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਗਏ। ਈਦ ਮਗਰੋਂ ਨਾ ਤੰਬਾ ਨਹੀਂ ਫੂਕਣਾ ਚਾਹੀਦਾ। ਤੁਸੀਂ ਕਿਸੇ ਬੰਦੇ ਨਾਲ ਜੇ ਜ਼ਿੰਦਗੀ ਦੇ ਵਿੱਚ ਕੁਝ ਪਲ ਵੀ ਸਾਂਝੇ ਕੀਤੇ ਹੋਣ ਨਾ ਜੀ ਤੇ ਉਹਦੀਆਂ ਚੰਗਿਆਈਆਂ ਦੇਖ ਲਓ ਯਾਰ, ਬੁਰਾਈਆਂ ਨਾ ਦੇਖੋ। ਤੇ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਆਪਣੇ ਪੁੱਤਰ ਨੂੰ ਸੁਲਤਾਨਪੁਰ ਲੋਧੀਓਂ ਇਲੈਕਸ਼ਨ ਲੜਾਈ ਹੋ ਕੇ ਲੜਾਈ। ਉਹ ਕਹਿੰਦੇ ਵੀ ਮੈਂ ਕਾਂਗਰਸ ਦਾ ਕੈਂਡੀਡੇਟ ਠਹਿਰਾਊਂਗਾ। ਉਹ ਵੀ ਤੇ ਇੱਕ ਪਾਰਟੀ ਦੇ ਡਿਸਪਲਿਨ ਤੋਂ ਬਾਹਰਲੀ ਗੱਲ ਸੀ, ਪਰ ਕੁਝ ਨਹੀਂ ਕਿਹਾ ਗਿਆ। ਇਕੱਠੇ ਕਰਨ ਵਾਲੇ ਥੋੜੇ ਆ, ਵਿਗਾੜਨ ਵਾਲੇ ਬਹੁਤੇ ਆ। ਅੱਛਾ ਖੈਰ ਖੁਆ ਜੇ 60-62 MLA ਬਣ ਗਏ ਤਾਂ ਹੀ ਤਾਂ ਤੁਸੀਂ ਸਰਕਾਰ ਬਣਾਓਗੇ, ਨਹੀਂ ਤਾਂ ਅਦਰਵਾਈਜ਼ ਕਾਹਦੇ ਨਾਲ ਬਣਾ ਲਓਗੇ। ਹੁਣ ਬੈਂਸ ਸੀਗੇ, ਦੋਨੇ ਭਰਾ ਇਕੱਲੇ ਰਹੇ ਹੈ, ਇਸ ਵਾਰੀ ਦੋਨੇ ਵੀ ਹਾਰ ਗਏ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਗੱਲ ਇਹ ਆ ਕਿ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪੋਲੀਟੀਕਲ ਗੱਲਬਾਤਾਂ ਕਰਨੀਆਂ। ਸਰਦਾਰ ਪ੍ਰਗਟ ਸਿੰਘ ਹੋਣੀ ਮੌਜੂਦਾ MLA ਨੇ ਜੀ, ਜਲੰਧਰ ਕੈਂਟ ਹਲਕੇ ਤੋਂ ਆਪਣੇ ਨਾਲ ਨੇ। ਇਸ ਵਕਤ ਕੈਨੇਡਾ ਫੇਰੀ ਤੇ ਆਏ ਸੀ ਤੇ ਅਸੀਂ ਸੋਚਿਆ ਵੀ ਚਲੋ ਫਿਰ ਇੱਕ ਨਾ ਪੰਜਾਬ ਦੀ ਰਾਜਨੀਤੀ ਦੀ ਗੱਲਬਾਤ ਕਰ ਲਈਏ। ਬਹੁਤ ਬਹੁਤ ਸਵਾਗਤ ਤੁਹਾਡਾ ਸਰ। ਸਤਿ ਸ਼੍ਰੀ ਅਕਾਲ ਜੀ ਸੰਧਾਵਾਲੀਆ ਸਰ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਵੀ ਜੋ ਐਤਕੀ ਨਤੀਜੇ ਆਏ ਕਿੱਥੇ 80 ਦੇ ਲਾਗੇ ਜਾਂ ਬਾਅਦ 'ਚ ਚਲੋ ਬਾਕੀ ਦੇ ਵੀ ਬੰਦੇ ਪਾ ਕੇ 80 ਤੋਂ ਟੀਮ ਟੱਪ ਗਈ ਸੀ ਤੇ ਹੁਣ 18 ਕੁ ਬਚੇ ਨੇ। 19ਵੀਂ ਚਲੋ ਆਪਾਂ ਰਾਣਾ ਸਾਹਿਬ ਦੇ ਪੁੱਤਰ ਨੂੰ ਵੀ ਤੁਹਾਡੇ 'ਚ ਹੀ ਐਡ ਕਰ ਲੈਣੇ ਕਾਂਗਰਸ ਪਾਰਟੀ 'ਚ। ਇਹਦਾ ਮਤਲਬ ਲੱਕੀ ਰਹਿ ਗਏ ਜਾਂ ਫਿਰ ਵਾਕਿਆ ਕੰਮ ਕੀਤਾ ਸੀ ਤਾਂ ਲੋਕਾਂ ਨੇ ਦੁਬਾਰਾ ਹੁੰਗਾਰਾ ਦਿੱਤਾ, ਜਿੱਥੇ ਕਾਂਗਰਸ ਪੂਰੀ ਹਾਰ ਗਈ ਪਰ ਫਿਰ ਵੀ ਚੰਦ ਚਿਹਰੇ ਜਿੱਤੇ? ਦੇਖੋ ਗੁਰਪ੍ਰੀਤ ਜੀ, ਲੋਕੀ ਬਦਲਾਅ ਦੇ ਵਿੱਚ ਬੇਸਿਕਲੀ ਇਸ ਵਾਰੀ ਸੀਗੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਤਾ ਨਹੀਂ ਹੁਣ ਇਹ ਤਾਂ ਲੋਕੀ ਦੱਸ ਸਕਦੇ ਆ ਵੀ ਉਹ ਜਿਹੜੇ ਚੰਦ ਬੰਦੇ ਜਿਹੜੇ 18 ਜਿੱਤੇ ਹੈਗੇ ਆ ਉਹਨਾਂ ਨੇ ਇੰਡੀਵਿਜੂਅਲੀ ਉੱਥੇ ਵੱਧ ਕੰਮ ਕੀਤਾ ਸੀਗਾ। ਪਾਰਟੀ ਦਾ ਕੁਛ ਪਰਸੈਂਟੇਜ ਵੀ ਹੁੰਦੀ ਹੈਗੀ ਆ ਜੀ, ਪਰ ਉਹ ਤਾਂ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਕੰਮ ਪਸੰਦ ਆਇਆ ਹੋਣਾ, ਇਸ ਕਰਕੇ ਇਹ ਜਿਹੜੇ 18 ਬੰਦੇ ਆ ਜਿੱਤ ਗਏ। ਸੋ ਲੇਕਿਨ ਮੈਂ ਵੀ ਹਮੇਸ਼ਾ ਬਦਲਾਅ ਦੀ ਰਾਜਨੀਤੀ ਵੱਲ ਦੇਖਦਾ ਰਹਿਣਾ ਕਿ ਮੌਜੂਦਾ ਸਿਸਟਮ ਆ ਉਹਦੇ ਵਿੱਚ ਬਦਲਾਅ ਆਉਣਾ ਚਾਹੀਦਾ ਜੀ। ਪਰ ਬਦਲਾਅ ਇੱਦਾਂ ਦਾ ਨਹੀਂ ਲੈ ਆਉਣਾ ਚਾਹੀਦਾ ਵੀ ਪਹਿਲਾਂ ਨਾਲੋਂ ਵੀ ਗਿੱਲ ਸੁੱਕ ਜਾਂਦੀ ਲੱਗੇ। ਸੋ ਮੈਨੂੰ ਲੱਗਦਾ ਕਿ ਜਿਹੜੀ ਇੱਦਾਂ ਦੀ ਥਾਟ ਪ੍ਰੋਸੈਸ ਆ, ਅਸੀਂ ਡਿਫਿਕਲਟ ਟਾਈਮ ਦੇ ਵਿੱਚੋਂ ਲੰਘ ਰਹੇ ਹਾਂ ਪੰਜਾਬ ਦੇ ਵਿੱਚੋਂ ਜੀ, ਤੇ ਜਿਹਦੇ ਵਿੱਚ ਬਹੁਤ ਸੁਹਿਰਦਤਾ ਨਾਲ ਤੇ ਦੂਰ ਅੰਦੇਸ਼ੀ ਨਾਲ ਹੀ ਪੰਜਾਬ ਨੂੰ ਅੱਗੇ ਤੋਰਿਆ ਜਾ ਸਕਦਾ। ਬਿਲਕੁਲ ਸਹੀ। ਸੋ ਉਹਦੇ ਲਈ ਮੈਨੂੰ ਲੱਗਦਾ ਕਿ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਆ ਉਹਨਾਂ ਨੂੰ ਮੈਂਡੇਟ ਮਿਲਿਆ ਹੈਗਾ ਤੇ ਉਹਨਾਂ ਨੂੰ ਵੱਧ ਚੜ੍ਹ ਕੇ ਮਿਹਨਤ ਕਰਕੇ
ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ। ਬਿਲਕੁਲ। ਅੱਛਾ, ਆਪਾਂ ਕਿਉਂਕਿ ਹੁਣ ਤੁਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੋ ਅਤੇ ਕਾਂਗਰਸ ਪਾਰਟੀ ਇਸ ਵੇਲੇ ਵੇਖੀ ਜਾਵੇ ਤੇ ਪੰਜਾਬ 'ਚ ਹੀ ਨਹੀਂ ਪੂਰੇ ਦੇਸ਼ 'ਚ ਹੀ ਜਿਸ ਹਿਸਾਬ ਨਾਲ ਇਸ ਵਕਤ ਉਹਦੇ ਵਿੱਚ ਬਹੁਤ ਸਾਰੀਆਂ ਟੈਨਸ਼ਨਾਂ ਚੱਲਦੀਆਂ ਪਈਆਂ, ਚਾਹੇ ਉਹ ਲੀਡਰਾਂ ਦਾ ਆਪਸ ਦੇ ਵਿੱਚ ਕੋਈ ਕਨਫਲਿਕਟ ਹੋਵੇ, ਚਾਹੇ ਹਾਈ ਕਮਾਂਡ ਨਾਲ ਰਿਲੇਸ਼ਨਸ ਦੀ ਗੱਲ ਹੋਵੇ, ਚਾਹੇ ਆਲ ਓਵਰ ਇੱਕ ਇਮੇਜ ਹੀ ਡਿਵੈਲਪ ਹੋ ਗਈ ਹੋਵੇ ਕਿ ਨਹੀਂ ਜੀ ਉਹ ਹੁਣ ਤਾਂ ਕਿਸੇ ਹੋਰ ਪਾਰਟੀ ਨੂੰ ਮੌਕਾ ਦੇਣਗੇ ਜੀ, ਕਾਂਗਰਸ ਨੇ ਤਾਂ ਸਵਾ ਸਦੀ ਤੋਂ ਵੱਧ ਰਾਜ ਕਰ ਲਿਆ, ਅਜੇ ਤੱਕ ਇਹਨਾਂ ਨੇ ਕੀਤਾ ਕੁਛ ਨਹੀਂ। ਇਹ ਜਿਹੜੀ ਨੌਬਤ ਇੱਥੋਂ ਤੱਕ ਆ ਗਈ ਆ ਅਤੇ ਵਾਰ-ਵਾਰ ਜਿਹੜਾ ਵੀ ਕੋਈ ਲੀਡਰ ਛੱਡ ਕੇ ਜਾਂਦਾ ਜਾਂ ਜਿਹੜਾ ਵੀ ਕੋਈ ਨਾਰਾਜ਼ ਹੁੰਦਾ ਉਹ ਉਰੇ ਨਹੀਂ ਰੁਕਦਾ, ਉਹ ਸਿੱਧਾ ਦਿੱਲੀ ਵਾਲੀ ਜਿਹੜੀ ਹਾਈ ਕਮਾਂਡ ਉਹਦੇ 'ਤੇ ਜਾ ਕੇ ਉਂਗਲਾਂ ਚੱਕਦਾ। ਪਿਛਲੇ ਦਿਨੀ ਚਿੰਤਨ ਸ਼ਿਵਰ ਵੀ ਕੀਤਾ ਸੀਗਾ। ਹੁਣ ਲੱਗਦਾ ਕਿ ਵੀ ਉਹ ਉੱਪਰੋਂ ਹੀ ਕੋਈ ਨਾ ਕੋਈ ਤਾਰ ਢਿੱਲੀ ਹੈ ਜਿਹਦਾ ਕਰਕੇ ਪ੍ਰੋਪਰ ਬਲਬ ਹਰੇਕ ਸਟੇਟ 'ਚ ਜਗਦਾ ਨਹੀਂ ਕਾਂਗਰਸ ਪਾਰਟੀ ਦਾ। ਦੇਖੋ, ਮੈਨੂੰ ਲੱਗਦਾ ਕਿ ਦੇਖੋ ਕਈ ਵਾਰੀ ਕੀ ਹੁੰਦਾ, ਜਿਹੜੇ ਡਿਸੀਜ਼ਨਸ ਆ ਉਹ ਬਿਊਰੋਕਰੈਟਿਕ ਨਹੀਂ ਹੋਣੇ ਚਾਹੀਦੇ, ਉਹ ਲੀਡਰ ਤੇ ਪੋਲੀਟੀਕਲ ਹੋਣੇ ਚਾਹੀਦੇ ਆ ਜੀ। ਤੇ ਕਈ ਵਾਰੀ ਅਸੀਂ ਉਹਦੇ ਅੰਕੜਿਆਂ ਦੇ ਉਹਦੇ ਵਿੱਚ ਪੈ ਪੂ ਜਾਂਦੇ ਆ, ਜਿਹਦੇ ਵਿੱਚ ਕਿਤੇ ਕਿਤੇ ਪੋਲੀਟੀਕਲ ਜਿਹੜੀ ਵਿਜ਼ਨ ਆ ਉਹ ਕਿਤੇ ਨਾ ਕਿਤੇ ਘੱਟ ਨਜ਼ਰ ਆਉਣ ਲੱਗ ਪੈਂਦੀ ਆ। ਸ਼ਾਇਦ ਇਹ ਦੇਖੋ, ਇਹ ਜੇ ਮੰਨ ਲਓ ਆਪਾਂ ਵਿੱਚ ਪ੍ਰਸ਼ਾਸਨ ਦੀ ਗੱਲ ਕਰਨੀ ਹੋਵੇ, ਰਾਜ ਕਰਨ ਦੀ ਗੱਲ ਹੋਵੇ, ਫਿਰ ਤਾਂ ਚਲੋ ਗੱਲ ਸਮਝ ਆਉਂਦੀ, ਪਰ ਐਜ਼ ਏ ਪਾਰਟੀ ਤਾਂ ਨਹੀਂ ਇੱਦਾਂ ਹੋਣਾ ਚਾਹੀਦਾ। ਪਾਰਟੀ ਦੇ ਵਿੱਚ ਤਾਂ ਇਹੋ ਜਿਹੀ ਪ੍ਰੋਬਲਮ ਨਹੀਂ ਹੋਣੀ। ਮੈਨੂੰ ਲੱਗਦਾ ਜੇ ਕਿਤੇ ਪ੍ਰੋਬਲਮ ਹੈਗੀ ਆ, ਇੱਕ ਤਾਂ ਪੁਰਾਣੀ ਪਾਰਟੀ ਆ, ਇਸ ਕਰਕੇ ਵੀ ਪ੍ਰੋਬਲਮ ਹੈ, ਕਿਉਂਕਿ ਜਿਹੜਾ ਵੀ ਬੰਦਾ ਹੁਣ ਨਵਾਂ ਆਉਂਦਾ, ਮੋਦੀ ਜੀ ਇਹ ਕਹਿੰਦੇ ਸੀਗੇ ਵੀ 2014 ਤੋਂ ਪਹਿਲਾਂ ਸ਼ਾਇਦ ਹਿੰਦੁਸਤਾਨ ਹੈ ਹੀ ਨਹੀਂ ਸੀਗਾ। ਭਗਵੰਤ ਮਾਨ ਜੀ ਇਹ ਕਹਿਣ ਡਏ ਆ ਕਿ 2022 ਤੋਂ ਪਹਿਲਾਂ ਪੰਜਾਬ ਹੀ ਸ਼ਾਇਦ ਹੈ ਨਹੀਂ ਸੀਗਾ। ਉਹ ਹਰ ਸਮੇਂ ਤੇ ਉਹ ਕਹਿਣਾ ਹੁੰਦਾ ਤੇ ਬੰਦੇ ਟਰਾਈ ਕਰਦੇ ਆ ਵੀ ਅਸੀਂ ਕੋਈ ਨਵਾਂ ਟਰਾਈ ਕਰ ਲਈਏ, ਪਰ ਮੈਨੂੰ ਲੱਗਦਾ ਕਿ ਉਹਦੇ ਲਈ ਜ਼ਿਆਦਾ ਸੁਹਿਰਦਤਾ ਦੀ ਜ਼ਰੂਰਤ ਹੈਗੀ ਆ, ਕਿਉਂਕਿ ਬੰਦੇ ਦਾ ਜਿਹੜਾ ਐਕਸਪੀਰੀਅੰਸ ਹੈ, ਬੰਦੇ ਦਾ ਜਿਹੜਾ ਤਜਰਬਾ ਹੈਗਾ ਔਰ ਬੰਦੇ ਦਾ ਕਿਰਦਾਰ ਜਿਹੜਾ, ਦੇਖੋ ਗੁਰਪ੍ਰੀਤ ਜੀ, ਅਕਰੋਸ ਦਾ ਪਾਰਟੀ ਲਾਈਨ ਸਾਡੇ ਕਿਰਦਾਰ 'ਚ ਕਮੀ ਪੇਸ਼ੀ ਆਈ ਆ ਜੀ। ਤੇ ਮੈਂ ਇਸ ਗੱਲ ਨੂੰ ਕਹਿਣ ਤੋਂ ਵੀ ਝਿਜਕਦਾ ਨਹੀਂ ਵੀ ਸਾਡੇ ਡੈਮੋਕ੍ਰੇਸੀ ਦੇ ਚਾਰੇ ਹੀ ਥੰਮ ਕਿਤੇ ਨਾ ਕਿਤੇ ਉਹਦੇ ਵਿੱਚ ਤੇੜਾਂ ਆਈਆਂ ਹੈਗੀਆਂ। ਉਹ ਆਈਆਂ ਇਸ ਕਰਕੇ ਆ ਵੀ ਜਦੋਂ ਮੈਂ ਬੈਕਵਰਡ ਕਾਊਂਟਿੰਗ ਕਰਦਾ ਤੇ ਉਹ ਬੰਦੇ ਦੇ ਕਿਰਦਾਰ ਤੇ ਆ ਕੇ ਗੱਲ ਡਿੱਗ ਪੈਂਦੀ ਆ ਵੀ ਬੰਦੇ ਦਾ ਕਿਰਦਾਰ ਕੀ ਆ, ਵੀ ਉਹ ਹੁਣ ਪਿਓਰਲੀ ਕਮਰਸ਼ੀਅਲ ਐਂਗਲ ਨੂੰ ਦੇਖਣਾ ਚਾਹੁੰਦਾ, ਆਪਣੇ ਰਿਲੇਸ਼ਨ ਵੀ ਕਮਰਸ਼ੀਅਲ ਐਂਗਲ ਨਾਲ ਹੀ ਬਣਾਉਣਾ ਚਾਹੁੰਦਾ ਜੀ, ਸਮਾਜ ਵੀ ਇਦਾਂ ਹੀ ਦੇਖਦਾ ਹੈਗਾ। ਜੇ ਇਦਾਂ ਹੀ ਦੇਖਣ ਲੱਗ ਪਏ ਤੇ ਹੌਲੀ ਹੌਲੀ ਕਿਉਂਕਿ 135-40 ਕਰੋੜ ਦਾ ਇਹ ਦੇਸ਼ ਆ ਜੀ, 135-40 ਕਰੋੜ ਦੇ ਦੇਸ਼ ਨੂੰ ਜਾਂ ਤਾਂ ਅਸੀਂ ਰੋਜ਼ੀ ਰੋਟੀ ਜੋਗਾ ਕਰ ਲੈਂਦੇ, ਅਸੀਂ ਉਹਨਾਂ ਨੂੰ ਬੇਸਿਕਲੀ ਫ੍ਰੀ ਬੀਜ਼ ਦੇਣੀਆਂ ਸ਼ੁਰੂ ਕਰ ਲਈਆਂ ਅਕਰੋਸ ਦਾ ਪਾਰਟੀ ਲਾਈਨ। ਇੱਕ ਬੰਦਾ ਕਹਿੰਦਾ ਵੀ ਮੈਂ ਤੈਨੂੰ 10 ਰੁਪਏ ਦਊਂਗਾ, ਦੂਜਾ ਕਹਿੰਦਾ ਮੈਂ ਤੈਨੂੰ 20 ਦਊਂਗਾ, ਤੀਜਾ ਕਹਿੰਦਾ ਮੈਂ ਤੈਨੂੰ 30 ਦਊਂਗਾ। ਪੰਜਾਬੀ ਬੇਸਿਕਲੀ ਇਹੋ ਜਿਹਾ ਕਿਰਦਾਰ ਨਹੀਂ ਸੀਗਾ। ਪੰਜਾਬੀ ਹੱਥੀਂ ਰੋਜ਼ੀ ਰੋਟੀ, ਕਿਉਂਕਿ ਹੁਣ ਮੈਂ ਇੱਥੇ ਵੀ ਦੇਖਦਾ ਕੈਨੇਡਾ ਦੇ ਵਿੱਚ ਵੀ ਲੋਕਾਂ ਨੇ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਈ ਆ ਜੀ। ਇਹ ਠੀਕ ਆ ਵੀ ਚਲੋ ਇਸ ਮੈਨੂੰ ਕਹਿ ਲਓ ਕਿ ਹੱਕ ਨਹੀਂ ਬਣਦਾ ਕਿ ਮੈਂ ਇਸ ਸਿਸਟਮ ਦੀ ਗੱਲ ਕਰਾਂ, ਬਟ ਐਟ ਦਾ ਸੇਮ ਟਾਈਮ ਜਦੋਂ ਵੀ ਜਿਨ੍ਹਾਂ ਦੇਸ਼ਾਂ 'ਤੇ ਜਾਂ ਜਿਨ੍ਹਾਂ ਕੌਮਾਂ ਦੇ ਵਿੱਚ ਫ੍ਰੀ ਬੀਜ਼ ਲੈਣ ਦੀ ਆਦਤ ਪੈ ਜਾਵੇ ਤੇ ਸਰਕਾਰਾਂ ਨੂੰ ਦੇਣ ਦੀ ਆਦਤ ਪੈ ਜਾਵੇ, ਉਹ ਬਹੁਤ ਦੇਰ ਚੱਲਦੀਆਂ ਨਹੀਂ ਹੈ। ਮੈਂ ਇਹਨੂੰ ਕਿਸੇ ਘਰ ਨਾਲ ਕੈਲਕੂਲੇਟ ਕਰਦਾ ਹੁੰਦਾ ਵੀ ਘਰ 'ਤੇ ਚੜ੍ਹਿਆ ਹੋਇਆ ਕਰਜ਼ਾ, ਸੂਬੇ 'ਤੇ ਚੜ੍ਹਿਆ ਹੋਇਆ ਕਰਜ਼ਾ ਦਾ ਦੇਸ਼ 'ਤੇ ਚੜ੍ਹਿਆ ਹੋਇਆ ਕਰਜ਼ਾ, ਉਹ ਕਿਸੇ ਨਾ ਕਿਸੇ ਚੀਜ਼ ਨੂੰ ਤਾਂ ਤੁਹਾਡੇ ਸਿਸਟਮ ਦੇ ਵਿੱਚ ਕੰਪਰੋਮਾਈਜ਼ ਕਰਵਾਊਗਾ। ਓਕੇ, ਚਲੋ ਆਪਾਂ ਇਸ ਪਾਸਿਓਂ ਪਹਿਲਾਂ ਗੱਲ ਕਰ ਲੈਂਦੇ ਹਾਂ। ਹੁਣ ਜੇ ਆਪਾਂ ਮੌਜੂਦਾ ਸਿਸਟਮ ਦੀ ਗੱਲ ਕਰੀਏ, ਹੁਣ 92 ਦੇ ਕਰੀਬ MLA ਜਿੱਤ ਕੇ ਆਏ। ਆਮ ਆਦਮੀ ਪਾਰਟੀ ਕਹਿੰਦੇ ਵੀ ਸਾਡੇ ਕੋਲ ਮੈਜੋਰਿਟੀ ਹੈ, ਜਿੱਥੇ ਵੀ ਉਹ ਜਾਂਦੇ ਨੇ ਉਹ ਕਹਿੰਦੇ ਵੀ ਅਸੀਂ ਇੱਕ ਵੱਖਰੀ ਗੱਲ ਕੀਤੀ ਹੈ, ਲੋਕਾਂ ਨੇ ਐਕਸੈਪਟ ਕਰ ਲਈ। ਪਹਿਲਾਂ ਕਿਉਂਕਿ ਅਕਾਲੀ BJP ਸੀਗੀ, 17 ਦੇ ਵਿੱਚ ਕਾਂਗਰਸ ਪਾਰਟੀ ਚਿਹਰਾ ਲੈ ਕੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਲੋਕਾਂ ਨੇ ਦੇਖਿਆ ਵੀ ਕਾਂਗਰਸ ਪੁਰਾਣੀ ਪਾਰਟੀ, ਚਲੋ ਟਰਾਈ ਕਰਦੇ ਹਾਂ। ਪਿਛਲੇ 5 ਸਾਲਾਂ ਦੇ ਵਿੱਚ ਜੋ ਕਾਂਗਰਸ ਪਾਰਟੀ ਨੇ ਕਰਕੇ ਵਿਖਾਇਆ ਉਹ ਹੀ ਪਤਾ ਲੱਗ ਗਿਆ। ਹੁਣ ਲੋਕਾਂ ਨੇ ਆਖਿਆ ਵੀ ਨਹੀਂ, ਆਪਾਂ ਇੱਕ ਨਵੀਂ ਪਾਰਟੀ ਨੂੰ ਮੌਕਾ ਦਿੰਦੇ ਹਾਂ। ਹੁਣ ਤੱਕ ਦੀ ਜਿੰਨੀ ਕੁ ਵੀ ਕਾਰਗੁਜ਼ਾਰੀ ਰਹੀ ਉਹਨਾਂ ਦੀ 2 ਮਹੀਨਿਆਂ ਦੀ, ਇਹਨੂੰ ਕਿਵੇਂ ਐਨਾਲਿਸਿਸ ਕਰਦੇ? ਨਹੀਂ ਦੇਖੋ, ਹਜੇ ਕਮੈਂਟ ਕਰਨਾ ਮੈਨੂੰ ਲੱਗਦਾ ਕੋਈ ਇਟ ਇਜ਼ ਟੂ ਅਰਲੀ, ਪਰ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਇਨੀਸ਼ੀਅਲ ਸਟੇਜ 'ਤੇ ਤੁਹਾਡੀ ਦਿੱਖ ਜਿਹੜੀ ਆ ਜੀ ਉਹ ਕਲੀਅਰ ਕਰਦੀਆਂ ਹੈਗੀਆਂ। ਕਿਉਂਕਿ ਸਭ ਤੋਂ ਪਹਿਲਾਂ ਫੈਸਲਾ ਕੀਤਾ ਵੀ ਅਸੀਂ ਹੁਣ ਰਾਸ਼ਨ ਜਿਹੜਾ ਘਰ ਘਰ ਵੰਡ ਕੇ ਆਵਾਂਗੇ ਜੀ, ਤੇ ਮੈਨੂੰ ਐਂ ਲੱਗਦਾ ਕਿ ਯਾਰ ਰਾਸ਼ਨ ਤਾਂ ਦੇਣਾ ਹੈਗਾ, ਵੀ ਜੇ ਕੋਈ ਬੰਦਾ ਘੰਟਾ ਡੀਪੂ 'ਤੇ ਜਾ ਕੇ ਲਿਆਵੇ ਤਾਂ ਏਡੀ ਕਿਹੜੀ ਗੱਲ ਹੋ ਗਈ। ਸਰਕਾਰਾਂ ਨੂੰ ਹੋਰ ਕੰਮ ਕਰਨ 'ਤੇ ਲਾਈਏ,
ਹੁਣ ਹਰ ਬੰਦੇ ਨੂੰ ਰਾਸ਼ਨ ਵੀ ਜਦੋਂ ਘਰ ਵੰਡਣ ਦੇਣ ਚਲੇ ਗਏ, ਉਹ ਤਾਂ ਫ੍ਰੀ ਬੀਜ ਤੋਂ ਵੀ ਗਾਂਹ ਵਾਲੀ ਗੱਲ ਹੋ ਗਈ ਜੀ। ਅੱਛਾ, ਫਿਰ ਟੋਲ ਫ੍ਰੀ ਨੰਬਰ ਕਰਪਸ਼ਨ ਲਈ, ਇਹ ਤਾਂ 1992 ਤੋਂ ਮੈਂ ਸੁਣਦਾ ਆਉਣਾ। 1992 ਤੋਂ ਮੈਨੂੰ ਲੱਗਦਾ ਵੀ ਟੋਲ ਫ੍ਰੀ ਨੰਬਰ ਦਿੱਤੇ ਹੋਏ ਆ ਪੁਲਿਸ ਨੇ ਵੀ, ਦੂਜਿਆਂ ਨੇ ਵੀ, ਮਹਿਕਮਿਆਂ ਨੇ ਵੀ। ਤੁਸੀਂ ਦੱਸੋ ਫਿਰ ਕਰਪਸ਼ਨ ਹਟ ਗਈ? ਜੀ। ਕਿਉਂਕਿ ਕਰਪਸ਼ਨ ਇਹ ਵੀ ਨਹੀਂ ਹੈਗਾ ਕਿ ਕਰਪਸ਼ਨ ਦੁਨੀਆ ਦੇ ਉੱਤੇ ਕਰਪਸ਼ਨ ਹੈਗੀ ਆ, ਬਟ ਬਹੁਤ ਵੱਡੇ ਜਿਹੜੇ ਮਗਰਮੱਛ ਆ ਉਹਨਾਂ ਨੂੰ ਤਾਂ ਕਿਤੇ ਦੇਖ ਲਈਏ। ਕਿਉਂਕਿ ਇੱਕ ਕਾਂਸਟੇਬਲ ਦੇ ਦੁਆਲੇ ਠੀਕ ਹੈ ਅਸੀਂ ਹੁੰਨੇ ਆ ਕਿਉਂਕਿ ਉਹਨੇ 500 ਰੁਪਈਆ ਲੈ ਲਿਆ, 1000 ਰੁਪਈਆ ਲੈ ਲਿਆ, ਬਟ ਐਟ ਦਾ ਸੇਮ ਟਾਈਮ ਜਿਹੜੇ ਬਾਕੀ ਬੜੇ ਬੜੇ ਮਗਰਮੱਛ ਆ ਉਹਨਾਂ ਦਾ ਕੀ ਆ? ਕਿਉਂਕਿ ਇਹ ਗੱਲ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹੀ, ਉਹਦੇ ਤੋਂ ਪਹਿਲਾਂ ਮੈਂ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਗੱਲ ਕਹੀ ਜੀ। ਮੈਂ ਕਿਹਾ ਆਪਾਂ ਕਾਂ ਮਾਰ ਕੇ ਟੰਗ ਲਈਏ ਜਿੱਦਾਂ ਪੰਜਾਬੀ 'ਚ ਕਹਿੰਦੇ ਹੁੰਦੇ। ਤੇ ਫਿਰ ਮੈਂ ਚੰਨੀ ਜੀ ਨੂੰ ਵੀ ਇਹ ਗੱਲ ਕਹੀ ਜੀ। ਮੈਂ ਕਿਹਾ ਚਾਹੇ ਆਪਣੇ ਕੋਲ 3 ਮਹੀਨੇ ਦਾ ਹੀ ਸਮਾਂ ਹੈਗਾ, ਆ ਜਿਹੜੀਆਂ ਚੀਜ਼ਾਂ, ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹੀਆਂ, ਲਿਖ ਕੇ ਕਹੀਆਂ ਵੀ ਆਪਾਂ ਆਹ ਕਹਿ ਕੇ ਆਏ ਸੀਗੇ, ਆਪਾਂ ਇਹ ਨਹੀਂ ਕੀਤਾ ਜੀ, ਫਿਰ ਇਹਨਾਂ ਨੂੰ ਕਰਨ ਦੀ ਜ਼ਰੂਰਤ ਹੈਗੀ ਆ। ਅੱਛਾ, ਉਹ ਕੋਈ ਹੋਵੇ, ਭਗਵੰਤ ਮਾਨ ਕਰ ਦੇਵੇ, ਕਿਉਂਕਿ ਮੈਜੋਰਟੀ ਆ, 92 MLAs ਹੈਗੇ ਆ, ਪਰ 92 MLAs ਦੇ ਵਿੱਚੋਂ 35-40 ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਦੇ 5-5 7-7 ਪਰਚੇ ਵੀ ਦਰਜ ਹੈਗੇ ਆ। ਕਿਉਂਕਿ ਮੈਂ ਬਦਲਾਅ ਤਾਂ ਦੇਖਦਾ। ਨਹੀਂ, ਇੱਕ ਚੀਜ਼ ਤੇ ਤੁਸੀਂ ਮੰਨਦੇ ਹੋ ਕਿ ਵੀ ਅਗਲੇ ਕਹਿੰਦੇ ਆ ਕਿ ਵੀ ਅਸੀਂ ਕਰਕੇ ਦਿਖਾਵਾਂ, ਕਿਉਂਕਿ ਐਕਸਕਿਊਜ਼ ਜਿੰਨੀ ਵਾਰ ਵੀ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਆਉਂਦਾ, ਉਹ ਕਹਿੰਦੇ ਆ ਵੀ ਪਹਿਲੇ ਕਰਨਾ ਚਾਹੁੰਦੇ ਸੀ, ਜਾਂ ਤਾਂ ਉਹਨਾਂ ਦੇ ਵਿੱਚ ਬੰਦੇ, ਤੁਸੀਂ ਜਿੱਦਾਂ ਕਿਰਦਾਰ ਦੀ ਗੱਲ ਕੀਤੀ ਵੀ ਉਹ ਕਿਰਦਾਰ ਨੇ ਨਹੀਂ ਕਰਨ ਦਿੱਤਾ, ਜਾਂ ਫਿਰ ਕਿਤੇ ਨਾ ਕਿਤੇ ਆਪ ਹੀ ਉਹਨਾਂ ਨੇ ਆਪ ਹੀ ਕਾਣੇ ਹੋ ਗਏ। ਉਹ ਕਹਿੰਦੇ ਵੀ ਅਸੀਂ ਇਸ ਪਾਸੇ ਨਹੀਂ, ਅਸੀਂ ਹੁਣ ਉਹ ਬਦਲਾਅ ਲੈ ਕੇ ਆਵਾਂਗੇ। ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕਹੀ, ਲਗਭਗ ਸਾਰੇ ਲੀਡਰ ਕਹਿੰਦੇ ਨੇ ਵੀ ਅਜੇ ਉਹ ਨਵੇਂ ਨੇ, ਆਪਾਂ 2 ਮਹੀਨਿਆਂ 'ਚ ਕਾਹਦਾ ਕਮੈਂਟ ਕਰਨਾ, ਵੀ 2-4-6 ਮਹੀਨੇ ਉਹ ਕਰਕੇ ਦਿਖਾ ਦੇਣ, ਫਿਰ ਆਪਾਂ ਕਰ ਲਵਾਂਗੇ। ਪਰ ਫਿਰ ਵੀ ਇੱਕ ਟਰੈਕ ਜਿਹਾ ਨਜ਼ਰ ਆਉਂਦਾ ਹੁੰਦਾ ਵੀ ਇਸ ਪਾਸੇ ਨੂੰ ਥੋੜ੍ਹਾ ਜਿਹਾ ਕੰਮ ਠੀਕ ਚੱਲਦਾ। ਜਿੱਦਾਂ ਜਿਹੜੇ ਖੇਤੀ ਨਾਲ ਰਿਲੇਟਡ ਉਹ ਫੈਸਲੇ ਲਏ ਗਏ ਆ, ਖਾਸ ਕਰਕੇ ਪਾਣੀ ਬਚਾਉਣ ਦੀ ਗੱਲ ਹੋਈ ਹੈ ਵੀ ਆਪਾਂ ਖੇਤੀ ਮਾਡਲ ਬਦਲੀਏ, ਉਹਨਾਂ ਨੂੰ ਕਿੱਦਾਂ ਦੇਖਦੇ? ਨਹੀਂ, ਇਹ ਤਾਂ ਜ਼ਰੂਰ ਦੇਖੋ, ਸਾਡੀ ਇਹ ਸਮੇਂ ਦੀ, ਮਤਲਬ ਅੱਜ ਦੀ ਨਹੀਂ, ਇਹ ਮਤਲਬ ਮੰਗ ਹੈਗੀ ਆ। ਕਿਉਂਕਿ ਪਾਣੀ ਦਿਨ ਬ ਦਿਨ, ਸਾਰੇ ਜਿੰਨੇ ਐਕਸਪਰਟਸ ਹੈਗੇ ਆ ਕਿ ਪਾਣੀ ਦਿਨ ਬ ਦਿਨ ਸਾਡਾ ਘਟ ਰਿਹਾ। ਜੇ ਘਟ ਰਿਹਾ ਹੈਗਾ ਤੇ ਅਸੀਂ ਉਹਨੂੰ ਬਚਾਉਣਾ ਕਿੱਦਾਂ? ਜੀ, ਅਸੀਂ ਉਹਦੀ ਡਿਵਰਸੀਫਿਕੇਸ਼ਨ ਦੀ ਜ਼ਰੂਰਤ ਹੈਗੀ ਆ। ਉਹਦੇ ਵਿੱਚ ਸਾਨੂੰ ਟੈਕਨੋਲੋਜੀ ਦੀ ਵੀ ਜ਼ਰੂਰਤ ਹੈਗੀ ਆ ਤੇ ਡਿਵਰਸੀਫਿਕੇਸ਼ਨ ਦੀ ਵੀ ਜ਼ਰੂਰਤ ਹੈਗੀ ਆ। ਸਾਨੂੰ ਉਹਦੇ ਰਿਲੇਟਡ ਇੰਡਸਟਰੀ ਦੀ ਵੀ ਜ਼ਰੂਰਤ ਹੈਗੀ ਆ। ਕਿਉਂਕਿ ਆਪਾਂ ਕਹੀਏ ਵੀ ਆਪਾਂ ਐਗਰੀਕਲਚਰ ਤੋਂ ਇੱਕ ਦਿਨ 'ਚ ਹਟ ਜਾਵਾਂਗੇ, ਸ਼ਾਇਦ ਇਹ ਪੋਸੀਬਲ ਨਹੀਂ ਹੈਗਾ। ਕਿਉਂਕਿ ਜਿੰਨਾ ਕਿਸਾਨ ਆ ਉਹਨੂੰ ਐਜੂਕੇਟ ਵੀ ਕਰਨ ਦੀ ਜ਼ਰੂਰਤ ਹੈਗੀ ਆ। ਇਸ ਡਿਪਾਰਟਮੈਂਟ ਦੇ ਐਕਸਪਰਟਸ ਜਿਹੜੇ ਆ ਉਹ ਬਹੁਤ ਜ਼ਰੂਰੀ ਹੈਗੇ ਆ। ਦੇਖੋ, ਜਿਹੜੇ ਫੈਸਲੇ ਕਈ ਵਾਰੀ ਬਿਊਰੋਕਰੈਟ ਲੈਂਦੇ ਆ ਜਾਂ ਪੋਲੀਟੀਸ਼ੀਅਨ ਲੈਂਦੇ, ਮੰਨ ਲਓ ਸਪੋਜ਼ ਹੁਣ ਮੈਂ ਹੀ ਆ ਜੀ, ਮੈਂ ਛੋਟੇ ਹੁੰਦੇ ਨੇ ਬਜ਼ੁਰਗ ਨਾਲ ਥੋੜ੍ਹੀ ਜਿਹੀ ਖੇਤੀ ਕਰਾਈ ਸੀ, ਉਹਦੇ ਤੋਂ ਬਾਅਦ ਮੇਰਾ ਖੇਤੀ ਦਾ ਮਤਲਬ ਜਿਹੜੀ ਐਕਸਪਰਟੀਜ਼ ਹੋਣੀ ਚਾਹੀਦੀ ਉਹ ਨਹੀਂ ਹੈਗੀ। ਜਿਹੜਾ ਬੰਦਾ 35-40-50 ਸਾਲ ਦਾ ਇਹ ਕੰਮ ਕਰਦਾ ਹੈਗਾ ਉਹ ਮੇਰੇ ਨਾਲੋਂ ਬਿਹਤਰ ਦੱਸ ਸਕਦਾ ਜੀ। ਤੇ ਸਾਨੂੰ ਉੱਦਾਂ ਦੀਆਂ ਕਮੇਟੀਜ਼ ਬਣਾ ਕੇ ਤੇ ਉਦੋਂ ਗਾਂਹ ਤੁਰਨ ਦੀ ਜ਼ਰੂਰਤ ਹੈਗੀ ਆ, ਸੋ ਦੈਟ ਕਿ ਐਂਡ ਆਫ ਦਾ ਡੇ ਅਸੀਂ ਕਈ ਵਾਰੀ ਨਾ ਬਿਊਰੋਕਰੈਟ ਤੇ ਪੋਲੀਟੀਸ਼ੀਅਨ ਚੀਜ਼ਾਂ ਲੁਕਾਉਣ ਲੱਗ ਪੈਂਦੇ ਆ ਜੀ ਵੀ ਕਿਸੇ ਨੂੰ ਫਾਈਲ ਤੇ ਪਤਾ ਨਾ ਲੱਗ ਜਾਵੇ ਯਾਰ ਇਹ ਤਾਂ ਪਬਲਿਕ ਫਾਈਲ ਹੈ, ਇਹ ਪਬਲਿਕ ਆਫਿਸ ਹੈ, ਉਹਦੇ ਵਿੱਚ ਸਾਰੀਆਂ ਈਵਨ ਕਿ ਸਾਰੇ ਮਹਿਕਮਿਆਂ ਦੀਆਂ ਐਕਸਪਰਟ ਕਮੇਟੀਜ਼ ਹੋਣੀਆਂ ਚਾਹੀਦੀਆਂ, ਸੋ ਦੈਟ ਐਂਡ ਆਫ ਦਾ ਡੇ ਅਸੀਂ ਜਿਹੜੇ ਉਹਦੇ ਰਿਜ਼ਲਟਸ ਹੈਗੇ ਆ, ਉਹਦੇ ਫੈਸਲੇ ਜਿਹੜੇ ਆ ਉਹ ਠੀਕ ਲੈ ਕੇ ਰਿਜ਼ਲਟ ਚੰਗੇ ਲੈ ਕੇ ਆਈਏ ਜੀ। ਇਹ ਜਿਹੜਾ ਹੁਣ ਸਰਕਾਰੀ ਜ਼ਮੀਨਾਂ ਵਾਲਾ ਚੱਕਰ ਸੀਗਾ, ਮੈਨੂੰ ਯਾਦ ਆਉਂਦਾ, ਅਜੇ ਆਪਾਂ ਚਲੋ ਨਵਜੋਤ ਸਿੰਘ ਸਿੱਧੂ ਵਾਲੇ ਮਸਲੇ ਤੇ ਵੀ ਆਉਣਾ, ਜਦੋਂ ਸਰਕਾਰ ਬਣਦੀ ਆ ਤੇ ਸਰਕਾਰ ਬਣਨ ਤੋਂ ਥੋੜ੍ਹੇ ਜਿਹੇ ਚਿਰ ਦੇ ਵਿੱਚ ਹੀ ਉਹ ਇਹ ਸਾਰਾ ਕੁਝ ਲੈ ਕੇ ਆਉਂਦੇ ਕਿ ਆਹ ਉਹ ਫਾਈਲ ਹੈ ਜੀ ਵੀ ਇੰਨੀਆਂ ਜ਼ਮੀਨਾਂ ਨੇ, ਇਹਨਾਂ ਨੂੰ ਛਡਾ ਲਓ, ਆਪਣਾ ਕਰਜ਼ਾ ਨਿਕਲ ਜੂ, ਆਪਾਂ ਪੰਜਾਬ ਬਚਾ ਲਾਂਗੇ। ਕੈਪਟਨ ਸਾਹਿਬ ਨੇ ਉਹਦੇ 'ਤੇ ਪਤਾ ਨਹੀਂ ਕੁਛ ਕੰਮ ਕੀਤਾ ਜਾਂ ਉਹਨਾਂ ਦੀ ਕੀ ਮਜਬੂਰੀ ਸੀ, ਉਸ ਪਾਸੇ ਤੁਰੇ ਨਹੀਂ, ਚੰਨੀ ਸਾਹਿਬ ਵੀ ਲੰਘੇ। ਪਰ ਹੁਣ ਜਿੱਦਾਂ ਆਉਂਦਿਆਂ ਸਾਰ ਹੀ ਇਹਨਾਂ ਨੇ ਸਰਕਾਰੀ ਜ਼ਮੀਨਾਂ ਜਾਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਕਿ ਜਿਨ੍ਹਾਂ 'ਤੇ ਕਬਜ਼ੇ ਸੀਗੇ ਉਹ ਛਡਾਉਣ ਵਾਲੇ ਪਾਸੇ ਤੁਰੇ ਆ। ਇਹਨੂੰ ਬਹੁਤ ਸਾਰੇ ਪੋਲੀਟੀਸ਼ੀਅਨ ਕਹਿੰਦੇ ਵੀ ਬਹੁਤ ਵਧੀਆ, ਕੁਛ ਕਹਿੰਦੇ ਵੀ ਨਹੀਂ ਹੋਣਾ ਚਾਹੀਦਾ। ਤੁਹਾਡਾ ਕੀ ਟੇਕ ਹੈ? ਨਹੀਂ, ਚੰਗੀ ਗੱਲ ਹੈ। ਦੇਖੋ, ਐਂਡ ਆਫ ਦਾ ਡੇ ਜੇ ਸਰਕਾਰੀ ਜ਼ਮੀਨ ਆ ਜਾਂ ਸਰਕਾਰੀ ਕੋਈ ਵੀ ਤੰਤਰ ਹੈ ਜੀ, ਉਹ ਬੇਸਿਕਲੀ ਹਰ ਬੰਦੇ ਲਈ ਇੱਕੋ ਜਿਹਾ ਹੋਣਾ ਚਾਹੀਦਾ। ਉਹ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ, ਚਾਹੇ ਕੋਈ ਅਫਸਰ ਹੋਵੇ, ਚਾਹੇ ਕਿਸੇ ਹੋਰ ਅਹੁਦੇ ਦਾ ਉਹ ਹੋਵੇ, ਉਹਦੇ ਲਈ ਸਭ ਲਈ ਬਰਾਬਰ ਹੋਵੇ। ਜੇ ਕੋਈ ਇਲੀਗਲ ਆਕੂਪੈਂਟ ਹੈਗਾ, ਮੈਂ ਕਹਿੰਦਾ ਕਰਾਉਣੀ ਚਾਹੀਦੀ ਆ। ਉਹਦੀ ਗਾਂਹ ਵੀ ਇਹ ਦੇਖ ਲਓ, ਕਈ ਵਾਰੀ ਕੀ ਹੁੰਦਾ ਅਸੀਂ ਉੱਥੋਂ ਤੱਕ ਨਿਪਟ ਜਾਂਦੇ ਆ, ਛਡਾ ਤਾਂ ਲਈ, ਮੁੜ ਕੇ ਇਹ ਨਹੀਂ ਪਤਾ ਵੀ ਉਹਦਾ ਕਰਨਾ ਕੀ ਆ ਜੀ ਜੀ। ਕਿਉਂਕਿ ਉਹਦੇ ਵੀ ਕੁਛ ਨਾ ਕੁਛ ਪੈਰਾਮੀਟਰਸ ਜਿਹੜੇ ਉਹ ਫਿਕਸ ਕਰ ਲੈਣੇ ਚਾਹੀਦੇ ਆ ਕੋਈ ਐਕਸਪਰਟਸ ਬੰਦਿਆਂ ਨੂੰ ਲੈ ਕੇ, ਕਿਉਂਕਿ ਇਹ ਕਿਉਂਕਿ ਕੁਛ ਕੋਰਟਾਂ ਦੇ ਵਿੱਚ ਮਸਲੇ ਹੋਣਗੇ,
ਕੁਛ ਸਿਵਲ ਕੋਰਟਸ ਦੇ ਵਿੱਚ ਹੋਣਗੇ, ਕੁਛ ਜਿਹੜੀ ਸਾਡੀਆਂ ਆਫਿਸਰਸ ਦੀਆਂ ਕੋਰਟ ਹੁੰਦੀਆਂ ਉਹਦੇ ਵਿੱਚ ਹੋਣਗੇ। ਜੀ ਜੀ। ਸੋ ਉਹਦੇ ਵਿੱਚੋਂ ਕਿੱਦਾਂ ਨਿਕਲਣਾ ਹੈਗਾ। ਅੱਛਾ, ਜਿਹੜਾ ਕੋਈ ਇਦਾਂ ਦਾ ਇਲੀਗਲ ਆਕੂਪੈਂਟ ਹੈਗਾ, ਮੈਨੂੰ ਤਾਂ ਲੱਗਦਾ ਚਾਹੇ ਕੋਈ ਜਿਹੜਾ ਵੀ ਜਿਸ ਮਰਜ਼ੀ ਉਹਦੇ ਦਾ ਹੋਵੇ, ਉਹਨੂੰ ਮੈਨੂੰ ਲੱਗਦਾ ਖਾਲੀ ਕਰਾਉਣਾ ਚਾਹੀਦਾ, ਬਿਲਕੁਲ ਪਾਸੇ ਕਰਨਾ ਚਾਹੀਦਾ। ਜਿਹੜੀ ਸਰਕਾਰ ਦੀ ਗੱਲ ਹੈ ਉਹ ਸਰਕਾਰ ਦੀ ਗੱਲ ਹੈ। ਅਸੀਂ ਹਰ ਚੀਜ਼ ਜਿਹੜੀ ਆ ਉਹ ਇਹ ਤਾਂ ਨਹੀਂ ਕਹਿ ਸਕਦੇ ਵੀ ਹਾਂ ਵੀ ਇਹ ਸਰਕਾਰੀ ਆ ਇਸ ਕਰਕੇ ਇਹਦਾ ਕੋਈ ਬਾਲੀ ਵਾਰਸ ਨਹੀਂ ਹੈਗਾ। ਅੱਛਾ, ਪਰ ਇਹ ਕੀ ਕਾਰਨ ਰਿਹਾ ਕਿ ਉਦੋਂ ਕੈਪਟਨ ਸਾਹਿਬ ਨੇ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ? ਜੇ ਉਦੋਂ ਰਿਕਾਰਡ ਸੀਗਾ ਕੈਪਟਨ ਸਾਹਿਬ ਨੇ ਤਾਂ ਬੇਸਿਕਲੀ ਦੇਖੋ 2002 ਤੋਂ ਲੈ ਕੇ 2007 ਵਾਲਾ ਕੈਪਟਨ ਜਿਹੜਾ ਸੀ, ਉਹ 2017 ਤੋਂ 2021 ਤੱਕ ਉਹ ਕੈਪਟਨ ਨਹੀਂ ਸੀਗਾ। ਦੇਖੋ ਉਹ ਸਾਰਿਆਂ ਨੇ ਫੀਲ ਕੀਤਾ, ਉਹ ਮੈਂ ਵੀ ਮਹਿਸੂਸ ਕੀਤਾ ਜੀ। ਤੇ ਬਾਕੀ ਜਿਹੜੇ ਆ ਉਹ ਹੌਲੀ ਹੌਲੀ ਜਦੋਂ ਕਿਤੇ ਫੈਗ ਐਂਡ ਤੇ ਆਣ ਕੇ ਕਹਿਣ ਕੂਣ ਲੱਗੇ, ਮੈਂ 2.5-3 ਸਾਲ ਪਹਿਲਾਂ ਕਹਿਣ ਲੱਗ ਪਿਆ। ਮੈਨੂੰ ਯਾਦ ਹੈ ਉਦੋਂ ਆਪਾਂ ਉੱਥੇ ਜਲੰਧਰ ਹੀ ਇੱਕ ਦੋ ਵਾਰ ਇਸੇ ਤਰ੍ਹਾਂ ਸਟੂਡੀਓ 'ਚ ਮਿਲੇ ਸੀ। ਤੁਸੀਂ ਚਿੱਠੀ ਵੀ ਲਿਖੀ, ਤੁਸੀਂ ਕਿਹਾ ਵੀ ਮੈਂ ਤਾਂ ਯਾਰ ਸਿੱਧੀ ਲਿਖਦੀ, ਹੁਣ ਜੇ ਕੋਈ ਨਹੀਂ ਜਵਾਬ ਦਿੰਦਾ, ਉਹ ਮੈਨੂੰ ਤੁਹਾਡੀ ਲਾਈਨ ਕਈ ਵਾਰ ਯਾਦ ਆ ਜਾਂਦੀ ਵੀ ਮੈਂ ਪਹਿਲਾਂ ਪੰਜਾਬੀ 'ਚ ਲਿਖੀ, ਫਿਰ ਮੈਨੂੰ ਕਿਸੇ ਦੱਸਿਆ ਵੀ ਕੈਪਟਨ ਸਾਹਿਬ ਨੂੰ ਪੰਜਾਬੀ ਨਹੀਂ ਪੜ੍ਹਨੀ, ਫਿਰ ਮੈਂ ਅੰਗਰੇਜ਼ੀ 'ਚ ਲਿਖੀ। ਉਹ ਫਿਰ ਵੀ ਕੰਮ ਨਹੀਂ ਹੋਇਆ ਉਹਦੇ ਤੇ। ਇੱਦਾਂ ਕਿਉਂ? ਦੇਖੋ ਐਕਚੁਅਲੀ ਦੇਖੋ, ਜਿੰਨਾ ਚਿਰ ਮੈਜੋਰਟੀ ਇਹ ਲੋਕ ਸੋਚਦੇ ਨਹੀਂ ਹੈਗੇ, ਦੇਖੋ ਡੈਮੋਕ੍ਰੇਸੀ ਕੀ ਆ ਗੁਰਪ੍ਰੀਤ ਜੀ, ਐਕਚੁਅਲੀ ਜਿੰਨੀ ਕੁ ਮੈਨੂੰ ਮਹਿਸੂਸ ਹੋਇਆ 10 ਸਾਲਾਂ 'ਚ ਜੀ, ਐਕਚੁਅਲੀ ਇੱਕ ਨਾ ਜਮਾਵੜਾ ਜਿਹਾ ਇਕੱਠਾ ਹੋ ਜਾਂਦਾ। ਪਹਿਲੀ ਗੱਲ ਤਾਂ ਬਿਊਰੋਕਰੈਟਸ ਨੇ ਜਾਂ ਪੋਲੀਟੀਕਲ ਬੰਦਿਆਂ ਨੇ ਇਹਨੂੰ ਹਰ ਚੀਜ਼ ਨੂੰ ਨਾ ਸੈਂਟਰਲਾਈਜ਼ ਕਰ ਲਿਆ। ਕੋਈ ਚੀਫ ਮਿਨਿਸਟਰ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ ਵੀ ਉਹਨੇ ਮਤਲਬ ਜਾਦੂ ਦੀ ਛੜੀ ਨਾਲ ਸਾਰਾ ਕੰਮ ਠੀਕ ਕਰ ਦੇਣਾ ਹੁੰਦਾ। ਜੀ ਜੀ ਜੀ। ਬਈ ਆਪਾਂ ਸੈਂਸ ਆਫ ਰਿਸਪੌਂਸਿਬਿਲਿਟੀ ਵੰਡ ਕੇ ਵੀ ਜਿਹੜੇ ਵੀ ਉਹਦੇ ਕੋਲ ਐਕਸਪਰਟਸ ਬੰਦੇ ਹੈਗੇ ਆ, ਜਿਹੜੇ ਚੰਗੇ ਮਿਨਿਸਟਰਸ ਹੈਗੇ ਆ, ਉਹਨਾਂ ਨੂੰ ਆਪਾਂ ਜ਼ਿੰਮੇਵਾਰੀ ਨਾਲ ਕਹੀਏ ਵੀ ਹਾਂ ਵੀ ਤੁਸੀਂ ਅੱਗੇ ਵਧੋ। ਹਰ ਚੀਜ਼ ਚੀਫ ਮਿਨਿਸਟਰ ਕੋਲ ਫਾਈਲ ਆਉਣੀ ਨਹੀਂ ਚਾਹੀਦੀ। ਲੇਕਿਨ ਬਿਊਰੋਕਰੈਟਸ ਨੇ ਇੱਕ ਇਹੋ ਜਿਹਾ ਤਾਮਝਾਮ ਜਿਹਾ ਬਣਾ ਲਿਆ ਵੀ ਜਿਹੜੀ ਲਗਭਗ ਹਰ ਚੀਜ਼ ਜਿਹੜੀ ਆ ਉਹ ਚੀਫ ਮਿਨਿਸਟਰ ਤੱਕ ਪਹੁੰਚ ਜਾਂਦੀ ਆ। ਅੱਛਾ, ਹੁਣ ਭਈ ਚੀਫ ਮਿਨਿਸਟਰ ਕੋਲ ਟਾਈਮ ਥੋੜਾ ਹੁੰਦਾ, ਬਿਊਰੋਕਰੈਟ ਨੇ ਨੋਟ ਲਿਖਿਆ ਹੁੰਦਾ, ਉਹਨੇ 30 ਸੈਕਿੰਡ ਦੇ ਵਿੱਚ ਦੱਸਣਾ ਹੁੰਦਾ ਵੀ ਸਰ ਇਹਦੇ 'ਚ ਐ ਹੋਇਆ ਐ ਹੋਇਆ ਐ ਹੋਇਆ। ਕਿਸੇ ਕੋਲ ਨਾ ਪੜ੍ਹਦਾ, ਨਾ ਕੋਈ ਦੇਖਦਾ, ਨਾ ਕੋਈ ਡਿਸਕਸ ਕਰਦਾ। ਉਹਦਾ ਨੁਕਸਾਨ ਕੀ ਹੁੰਦਾ ਵੀ ਜੋ ਬਿਊਰੋਕਰੈਟ ਚਾਹੁੰਦਾ ਉਹ ਕਰੀ ਜਾਂਦਾ। ਅੱਛਾ, ਬਿਊਰੋਕਰੈਟ ਵੀ ਤਾਂ ਇੱਕ ਪੇਪਰ ਦੇ ਕੇ ਆ ਗਿਆ ਨਾ ਯਾਰ ਜੀ। ਉਹਦੇ ਕੋਲ ਮੰਨ ਲਓ ਸਪੋਜ਼ ਇਹ ਤਾਂ ਹੈ ਨਹੀਂਗਾ ਕਿ ਕੋਈ ਉਹ ਚੰਗੀ ਅੰਗਰੇਜ਼ੀ ਲਿਖ ਸਕਦਾ, ਚੰਗਾ ਨੋਟ ਲਿਖ ਸਕਦਾ, ਬਟ ਉਹਦੇ 'ਚ ਐਕਸਪਰਟ ਓਪੀਨੀਅਨ ਜ਼ਰੂਰੀ ਤਾਂ ਨਹੀਂ ਹੈ ਵੀ ਉਹ ਉਸ ਫੀਲਡ ਦਾ ਵੀ ਐਕਸਪਰਟ ਹੈਗਾ। ਜੀ ਜੀ ਜੀ। ਅੱਛਾ, ਇਹ ਸਾਡੇ ਪ੍ਰੋਬਲਮਸ ਸਰਕਾਰਾਂ ਨੂੰ ਰਨ ਕਰਨ ਦੇ ਵਿੱਚ ਹੈਗੀਆਂ। ਅੱਛਾ, ਵਾਈ ਨਾਟ ਕਿ ਮੰਨ ਲਓ ਸਪੋਜ਼ ਚਲੋ ਮੈਂ ਬੀਇੰਗ ਏ ਸਪੋਰਟਸਮੈਨ ਹੀ ਗੱਲ ਕਰ ਲੈਣਾ, ਮੈਂ ਆਪਣੀ ਫੀਲਡ ਦਾ ਐਕਸਪਰਟ ਤਾਂ ਹੋ ਸਕਦਾ ਮੈਂ ਬਾਸਕਟਬਾਲ ਦਾ ਐਕਸਪਰਟ ਵੀ ਨਾ ਹੋਵਾਂ, ਮੈਂ ਜਨਰਲ ਜਾਂ ਸਪੋਰਟਸ ਨੂੰ ਸਮਝਦਾ, ਬਟ ਐਟ ਦਾ ਸੇਮ ਟਾਈਮ ਜਿਹੜੀਆਂ ਉਹਦੀਆਂ ਨਿਟੀਗ੍ਰਿਟੀਜ਼ ਆ ਉਹ ਜੇ ਬਾਸਕਟਬਾਲਰ ਨੂੰ ਪੁੱਛੂੰਗਾ ਤਾਂ ਉਹਨੂੰ ਵੱਧ ਪਤਾ ਹੋਊਗਾ। ਬਿਲਕੁਲ ਸਹੀ। ਅੱਛਾ, ਇਹਦੇ 'ਚ ਮੈਨੂੰ ਹਰਜ ਕੀ ਆ? ਮੈਂ ਚੰਗਾ ਬਾਸਕਟਬਾਲਰ ਨੂੰ ਕਹਾਂ ਵੀ ਯਾਰ ਆ ਜਾ, ਤੂੰ ਦੱਸ ਵੀ ਤੇਰੀ ਆ ਗੇਮ ਪ੍ਰਮੋਟ ਕਰਨੀ ਹੈਗੀ ਆ, ਵੀ ਤੂੰ ਦੱਸ ਇਹਦੇ 'ਚ ਕੀ ਕੀ ਹੋਣਾ ਚਾਹੀਦਾ ਸੋ ਦੈਟ ਕਿ ਆਪਾਂ ਇਹਨੂੰ ਪ੍ਰਮੋਟ ਕਰੀਏ। ਬਿਲਕੁਲ। ਅੱਛਾ, ਬੰਦੇ ਜਿਹੜੇ ਆ ਉਹ ਨਾ ਦੱਸਦਾ ਹੈਗਾ, ਨਾ ਕੋਈ ਪੁੱਛਦਾ ਹੈਗਾ, ਔਰ ਉਹ ਰਿਜ਼ਲਟ ਉਹ ਕੀ ਕਹਿੰਦੇ ਆ ਫਿਰ ਫੈਸਲੇ ਲੈਂਦੇ ਆ। ਜਦੋਂ ਫੈਸਲੇ ਥੱਲੇ ਤੱਕ ਜਾਂਦੇ ਆ ਉਹਦੇ ਵਿੱਚ ਗੈਪ ਬਹੁਤ ਵੱਡਾ ਰਹਿ ਜਾਂਦਾ। ਗਰਾਊਂਡ ਰਿਐਲਿਟੀ ਕੁਛ ਹੋਰ ਹੁੰਦੀ ਆ ਤੇ ਐਕਚੁਅਲ ਕੁਛ ਹੋਰ ਹੁੰਦਾ, ਕਾਗਜ਼ਾਂ ਦੇ ਵਿੱਚ ਕੁਛ ਹੋਰ ਹੁੰਦਾ, ਤੇ ਉਹਦੀ ਫਿਰ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਵਿੱਚ ਉਹ ਖੜ ਜਾਂਦੀ ਆ। ਇਸੇ ਕਰਕੇ ਹਰ ਤਰ੍ਹਾਂ ਦੇ ਜਿਹੜੇ ਫੈਸਲੇ ਆ, ਮੈਂ ਤਾਂ ਕਈ ਵਾਰੀ ਦੇਖਦਾ ਹੁੰਦਾ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਵਿਦਆਊਟ ਮਾਈਂਡ ਬਣਾ ਲੈਂਦੇ ਆ। ਇਹ ਕਿਉਂ ਬਣਾ ਰੱਖੀਆਂ? ਮੈਂ ਤਾਂ 2010 ਦੇ ਵਿੱਚ ਗੁਰਪ੍ਰੀਤ ਜੀ, ਮੈਂ ਡਾਇਰੈਕਟਰ ਸਪੋਰਟ ਸੀਗਾ, 2010 ਵਾਲੀਆਂ ਕਾਮਨਵੈਲਥ ਗੇਮਾਂ ਤੋਂ ਮੈਨੂੰ ਦਿੱਲੀ ਪਹਿਲਾਂ ਸੱਦਦੇ ਹੁੰਦੇ ਸੀਗੇ ਜੀ, ਵੀ ਕਿਉਂਕਿ ਕਾਮਨਵੈਲਥ ਗੇਮਾਂ ਦੀ ਉਹ ਮੈਂ ਕਿਉਂਕਿ 5 'ਚ ਬਣ ਗਿਆ ਸੀਗਾ ਤੇ ਉਦੋਂ ਤੋਂ ਹੀ ਅੱਛਾ ਮੈਂ ਬੜਾ ਜ਼ੋਰ ਲਾਇਆ। ਮੈਂ ਕਿਹਾ ਯਾਰ ਆਪਾਂ ਨੂੰ ਐਡੇ ਵੱਡੇ ਸਟੇਡੀਅਮਸ ਦੀ ਜ਼ਰੂਰਤ ਨਹੀਂ ਹੈ ਜੀ। 70,000 ਕਰੋੜ ਰੁਪਈਆ ਉਦੋਂ ਖਰਚਿਆ। ਮੈਂ 2000 ਓਲੰਪਿਕ ਦੇ ਵਿੱਚ ਸਿਡਨੀ ਦੇਖਣ ਗਿਆ ਸੀ, ਉੱਥੇ ਸਵਿਮਿੰਗ ਮੋਸਟ ਲਵੇਬਲ ਸਪੋਰਟਸ ਹੈਗੀ ਆ ਜੀ, ਉਹਦਾ ਸਟੇਡੀਅਮ 1500 ਦੀ ਕਪੈਸਿਟੀ ਦਾ ਸੀਗਾ। ਅਸੀਂ ਉੱਥੇ ਰੈਸਲਿੰਗ ਦਾ ਸਟੇਡੀਅਮ 25,000 ਦੀ ਕਪੈਸਿਟੀ ਦਾ ਬਣਾ ਲਿਆ ਜੀ। ਅੱਛਾ, ਦਿੱਲੀ ਦੇ ਵਿੱਚ ਰੈਸਲਿੰਗ ਦੇਖਣ ਨੂੰ 25,000 ਲੋਕ ਕਦੋਂ ਆਉਣਗੇ? ਉਹਦੀ ਫਿਰ ਆਫਟਰ ਯੂਟਿਲਿਟੀ ਕੀ ਆ? ਅੱਛਾ, ਵੀ ਹੈ ਤਾਂ ਪਬਲਿਕ ਚੈੱਕਰ 'ਚੋਂ ਪੈਸਾ ਗਿਆ, ਪਰ ਇੱਦਾਂ ਦੀਆਂ ਗੱਲਾਂ ਜੇ ਅਸੀਂ ਨਹੀਂ ਕਰਾਂਗੇ ਵੀ ਅਸੀਂ ਕਹਿੰਦੇ ਹਾਂ ਜੀ ਅਸੀਂ ਵਰਲਡ ਕਲਾਸ, ਜੀ ਅਸੀਂ ਵਰਲਡ ਕਲਾਸ, ਪਤਾ ਨਹੀਂ ਵੀ ਵਰਲਡ ਕਲਾਸ ਕਹਿੰਦੇ ਕਿਹਨੂੰ ਆ? ਅਲਟੀਮੇਟਲੀ ਜੇ ਅਸੀਂ ਚੰਗਾ ਹਿਊਮਨ ਰਿਸੋਰਸ ਕਿਸੇ ਵੀ ਲੈਵਲ ਤੇ ਐਜੂਕੇਸ਼ਨ ਨਾਲ ਜੋੜ ਲਈਏ, ਉਹਨੂੰ ਸਪੋਰਟਸ ਨਾਲ ਜੋੜ ਲਈਏ, ਕਿਉਂਕਿ ਨਰੋਈ ਸੋਚ ਤੇ ਨਰੋਈ ਸਿਹਤ, ਅਸੀਂ ਜੇ ਚੰਗਾ ਹਿਊਮਨ ਰਿਸੋਰਸ ਨਹੀਂ ਡਿਵੈਲਪ ਕਰਾਂਗੇ, ਫਿਰ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਕੋਈ ਬਹੁਤੀ ਚੰਗੀ ਤਸਵੀਰ ਆਪਣੇ ਸਾਹਮਣੇ ਨਹੀਂ, ਮੈਂ ਤਾਂ ਨਹੀਂ ਦੇਖਦਾ।
ਅੱਛਾ, ਤੁਸੀਂ ਕਈ ਵਾਰ ਕਹਿੰਦੇ ਹੁੰਦੇ, ਜ਼ਿਕਰ ਕਰਦੇ ਹੁੰਦੇ ਵੀ ਜੇ ਪਾਰਟੀ ਲਾਈਨ ਤੋਂ ਹਟ ਕੇ ਵੀ ਕਿਸੇ ਬੰਦੇ ਨੂੰ ਮੈਨੂੰ ਤਾਰੀਫ ਕਰਨੀ ਪਵੇ ਜਾਂ ਕਹਿਣਾ ਪਵੇ ਤਾਂ ਮੈਂ ਕਹਿ ਦਿੰਦਾ, ਜੇ ਪਾਰਟੀ ਦੇ ਵਿੱਚ ਰਹਿ ਕੇ ਕੋਈ ਪਾਰਟੀ ਗਲਤ ਕਰਦੀ ਹੋਵੇ ਤਾਂ ਆਪਾਂ ਉਹਦੇ ਖਿਲਾਫ ਹੀ ਬੋਲੀਦਾ। ਪਾਰਟੀ ਤੁਹਾਡੀ ਵਾਲੀ ਪਾਰਟੀ 'ਤੇ ਆਉਣ ਤੋਂ ਪਹਿਲਾਂ ਮੌਜੂਦਾ ਰਾਜ ਕਰਦੀ ਧਿਰ ਨੂੰ ਕੋਈ ਸਲਾਹ ਜਾਂ ਕਦੀ ਕੋਈ ਗੱਲ ਕਹੀ ਹੋਵੇ ਵੀ ਹਾਂਜੀ ਮਹਾਰਾਜ ਇੱਦਾਂ ਨਹੀਂ ਇੱਦਾਂ ਕਰ ਲਓ, ਕਿਉਂਕਿ ਪਿਛਲੇ ਸਮੇਂ ਤੁਸੀਂ ਖੁਦ ਸਿੱਖਿਆ ਮੰਤਰੀ ਰਹੇ ਹੋ, ਸਪੋਰਟਸ ਦਾ। ਮੈਂ ਤਾਂ ਮੀਤ ਹੇਰ ਨੂੰ ਇੱਕ ਦਿਨ ਅਸੀਂ ਬੈਠੇ ਸੀ ਥੋੜ੍ਹਾ ਚਿਰ, ਅੱਛਾ, ਮੈਂ ਕਿਹਾ ਜੀ ਮੈਨੂੰ ਸੱਦ ਲਿਓ ਜਾਂ ਮੈਂ ਆ ਜਾਊਂ, ਤੁਸੀਂ ਆ ਜਾਓ ਮੇਰੇ ਕੋਲ, ਕੋਈ ਇਸ਼ੂ ਨਹੀਂ ਹੈਗਾ। ਜਿੰਨੀ ਕੁ ਗੱਲ ਮੈਨੂੰ ਸਮਝ ਆਈ ਆ, ਚਲੋ ਸਪੋਰਟਸ ਤਾਂ ਮੇਰਾ ਆਪਣਾ ਬੈਕਗਰਾਊਂਡ ਹੈਗੀ ਆ, ਤੇ ਐਜੂਕੇਸ਼ਨ ਦੇ ਵਿੱਚ ਵੀ, ਹਾਇਰ ਐਜੂਕੇਸ਼ਨ ਦੇ ਵਿੱਚ ਵੀ, ਕਿਉਂਕਿ ਗੁਰਪ੍ਰੀਤ ਜੀ ਜਿੰਨੀ ਮੈਂ 3 ਮਹੀਨਿਆਂ 'ਚ, ਕਿਉਂਕਿ ਮੈਂ ਤਾਂ ਇੱਕ ਤਾਂ ਐਕਸਪਰਟ ਕਮੇਟੀਜ਼ ਬਣਾਈਆਂ ਜੀ, ਇੱਕ ਇੰਡਸਟਰੀਲਿਸਟ ਨੂੰ ਇਹਦੇ ਨਾਲ ਜੋੜਿਆ, ਕਿਉਂਕਿ ਦੇਖੋ ਜਿਹੜਾ ਸਾਡਾ ਇੰਡਸਟਰੀਲਿਸਟ ਆ ਉਹ ਕਹਿੰਦਾ ਵੀ ਮੇਰੇ ਕੋਲ ਬੱਚਾ ਹੈ ਨਹੀਂ ਜਿਹੜਾ ਮੇਰੀ ਇੰਡਸਟਰੀ ਨੂੰ ਲੈ ਕੇ ਅੱਗੇ ਤੁਰ ਪਵੇ ਜੀ, ਕਿਉਂਕਿ ਅਲਟੀਮੇਟਲੀ ਉਹਨੂੰ ਵੀ ਤਾਂ ਉਹਨੂੰ ਰਨ ਕਰਨ ਲਈ ਮੈਨ ਪਾਵਰ ਦੀ ਜ਼ਰੂਰਤ ਹੈਗੀ ਆ। ਜਿਹੜਾ ਬੱਚਾ ਕਹਿੰਦਾ ਆ ਉਹ ਕਹਿੰਦਾ ਮੇਰੇ ਕੋਲ ਜੌਬ ਨਹੀਂ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਉਸ ਕਰਿਕੂਲਮ ਦੇ ਵਿੱਚ ਗੈਪ ਹੈ ਜੀ, ਉਸ ਪੜ੍ਹਾਈ ਹੋ ਰਿਹਾ, ਲੋੜ ਕਿਸੇ ਹੋਰ ਚੀਜ਼, ਲੋੜ ਕਿਸੇ ਹੋਰ ਚੀਜ਼ ਦੀ ਹੈ। ਕਿਉਂਕਿ ਬੱਚਾ ਪੜ੍ਹ ਕੇ ਕਹਿਣ ਡਿਆ ਵੀ ਮੈਂ ਤਾਂ ਜੀ ਪੜ੍ਹਿਆ ਲਿਖਿਆ ਬੇਰੁਜ਼ਗਾਰ ਹੈ ਜੀ, ਲੇਕਿਨ ਜਿਹੜਾ ਇੰਡਸਟਰੀਲਿਸਟ ਹੈ ਉਹ ਕਹਿੰਦਾ ਮੇਰੇ ਕੰਮ ਦਾ ਹੈ ਨਹੀਂ, ਕਿਉਂਕਿ ਇਹਦੇ ਕੋਲ ਆਹ ਚੀਜ਼ਾਂ ਹੈ ਨਹੀਂ ਗਿਆ। ਇਹਦਾ ਮਤਲਬ ਸਾਨੂੰ ਹਾਇਰ ਐਜੂਕੇਸ਼ਨ ਨੂੰ ਵੀ ਸਾਨੂੰ ਦੇਖੋ, ਦੇਖੋ ਜਿਹੜੇ ਬੰਦੇ ਦੇ ਬੇਸਿਕ ਪੈਰਾਮੀਟਰਸ ਆ, ਚਾਹੇ ਇੰਟੈਲੈਕਚੁਅਲਸ ਹੈ ਚਾਹੇ ਫਿਜ਼ੀਕਲ ਹੈ, ਉਹ 3 ਸਾਲ ਤੋਂ ਲੈ ਕੇ 8 ਸਾਲ ਤੱਕ ਦੀ ਉਮਰ ਦੇ, ਕਿਉਂਕਿ ਮੈਂ ਜਦੋਂ ਫਿਜ਼ੀਕਲ ਨਾਲ ਰਿਲੇਟ ਇਹਨੂੰ ਕਰਦਾ ਹੈਗਾ, ਤੇ ਜਿਹੜੇ ਟੌਪ ਦੇ ਸਾਊਥ ਅਫਰੀਕਾ ਦੇ ਟੌਪ ਜਿਹੜੇ ਫਿਜ਼ੀਕਲ ਟ੍ਰੇਨਰਸ ਹੈਗੇ ਆ, ਜਾਂ ਜਿਹੜੇ ਟੌਪ ਸਾਈਕੋਲੋਜਿਸਟ ਹੈਗੇ ਆ, ਉਹ ਇਹ ਅੱਜ ਦੀ ਤਰੀਕ 'ਚ ਮੈਂਸ਼ਨ ਕਰਦੇ ਆ ਵੀ 3 ਸਾਲ ਤੋਂ ਲੈ ਕੇ 8 ਸਾਲ ਤੱਕ ਦੇ ਬੱਚੇ ਨੂੰ ਹੈਂਡਲ ਕਰਨਾ ਬਹੁਤ ਹੀ ਇੰਪੋਰਟੈਂਟ ਹੈ। ਉਹਦੇ ਵਿੱਚ ਪੇਰੈਂਟਸ ਦਾ ਰੋਲ ਵੀ ਆ, ਉਹਦੇ ਵਿੱਚ ਪ੍ਰਾਇਮਰੀ ਟੀਚਰਸ ਦਾ ਰੋਲ ਵੀ ਹੈਗਾ। ਸੋ ਇਹਦਾ ਮਤਲਬ ਸਾਡੀ ਉਹ ਕਰਿਕੂਲਮ ਉੱਥੋਂ ਸ਼ੁਰੂ ਹੋ ਜਾਣਾ ਚਾਹੀਦਾ ਵੀ ਤਾਂ ਹੀ ਜਾ ਕੇ ਅਸੀਂ ਉਸ ਲੈਵਲ ਨੂੰ ਅਚੀਵ ਕਰ ਸਕਾਂਗੇ ਕਿ ਚੰਗਾ ਹਿਊਮਨ ਰਿਸੋਰਸ ਬਣਾ ਸਕਾਂਗੇ। ਅੱਛਾ, ਨਹੀਂ ਤਾਂ ਅਦਰਵਾਈਜ਼ ਜਿਹੜਾ ਵੀ ਹੋਊਗਾ ਉਹ ਕ੍ਰਿਟੀਸਾਈਜ਼ ਕਰੀ ਜਾਊਗਾ। ਅੱਛਾ, ਮੇਰੇ ਵਰਗੇ ਦਾ ਰਾਜਪੁਰੇ ਤੋਂ ਗਾਂਹ ਦਾ ਤਜਰਬਾ ਨਹੀਂ ਹੁੰਦਾ। ਮੈਂ ਕਈ ਵਾਰੀ ਦੇਖਦਾ ਸਾਡੇ ਫੇਸਬੁੱਕੀਏ ਜਿਹੜੇ ਹੈਗੇ ਆ, ਉਹ ਯੂਕਰੇਨ ਦੀ ਤੇ ਰਸ਼ੀਆ ਦੇ ਯੁੱਧ ਦੀ ਗੱਲ ਕਰਨ ਡਏ ਹੁੰਦੇ, ਜਾਂ ਵਰਲਡ ਦੀ ਪੋਲਿਟਿਕਸ ਦੀ ਗੱਲ, ਯਾਨੀ ਕਿ ਰਾਜਪੁਰਾ ਲੰਘਿਆ ਨਹੀਂ ਤੇ ਰਸ਼ੀਆ ਦੀ ਆਪਾਂ ਅੱਛਾ ਮੇਰੇ ਬਿਲਕੁਲ ਵੀ। ਅੱਛਾ, ਅਸੀਂ ਕਮੈਂਟ ਕਰਨੋਂ ਤਾਂ ਹੁਣ ਕਈ ਵਾਰੀ ਇਦਾਂ ਦੇ ਕਮੈਂਟ ਵੀ ਕਰਦੇ ਆ, ਯਾਰ ਵੀ ਆਰ ਏ ਗੁੱਡ ਸੁਸਾਇਟੀ, ਸਾਡੀ ਅਸੀਂ ਮਿਹਨਤੀ ਕੌਮ ਹੈ। ਮੈਂ ਕਈ ਵਾਰੀ ਦੇਖਦਾ ਹੁੰਦਾ ਕਮੈਂਟਸ ਜਿਹੜੇ ਆ ਉਹਦੇ 'ਚ ਗਾਲਾਂ ਲਿਖੀਆਂ ਹੁੰਦੀਆਂ, ਉਹਦੇ 'ਚ ਯਾਰ ਕੋਈ ਸਰਕਮਸਟਾਂਸਿਸ ਤਾਂ ਦੇਖ ਲਓ, ਕੋਈ ਸਰਕਮਸਟਾਂਸਿਸ ਤਾਂ ਦੇਖ ਲਓ ਵੀ ਕੀ ਹੋਇਆ ਉੱਥੇ, ਕੀ ਨਹੀਂ ਹੋਇਆ। ਤੁਸੀਂ ਹਰ ਚੀਜ਼ 'ਤੇ ਕਮੈਂਟ ਹੀ ਕਰਨਾ। ਅੱਛਾ, ਇਹ ਪੋਲੀਟੀਕਲ ਪਾਰਟੀਆਂ ਵੀ ਇਹਨਾਂ ਨੂੰ ਯੂਜ਼ ਕਰਨ ਲੱਗ ਪਈਆਂ, ਇਹ ਵਿੰਗ ਬਣ ਗਏ, ਵਿੰਗ ਬਣ ਕੇ। ਅੱਛਾ, ਕਿਸੇ ਨੇ ਭਾਵੇਂ ਕੋਈ ਚੰਗੀ ਗੱਲ ਵੀ ਕੀਤੀ ਹੋਵੇ, ਉਹਨੇ ਉਹਦਾ ਤਵਾ ਲਾਉਣਾ ਹੀ ਹੁੰਦਾ, ਤੇ ਜੇ ਕਿਸੇ ਨੇ ਕਿੰਨੀ ਮਾੜੀ ਕੀਤੀ ਹੋਵੇ, ਯਾਰ ਅਸੀਂ ਫਿਰ ਆਪਣਾ ਕਿਉਂ ਇੰਟੈਲੈਕਚੁਅਲ ਜਿਹੜੀ ਪ੍ਰਾਪਰਟੀ ਆ ਉਹਦਾ ਕਿਉਂ ਜਲੂਸ ਕਢਾਉਣ ਡਏ ਆ। ਬਿਲਕੁਲ ਸਹੀ। ਅੱਛਾ, ਸਰਦਾਰ ਪ੍ਰਗਟ ਸਿੰਘ ਜੀ, ਇੱਕ ਗੱਲ ਦੱਸੋ ਕਿ ਸਿੱਧੂ ਸਾਹਿਬ ਇਸ ਵਕਤ ਪਟਿਆਲੇ ਵਾਲੀ ਜੇਲ੍ਹ 'ਚ ਹੈ। ਪਹਿਲੀ ਗੱਲ ਤਾਂ ਇਹ ਬੜਾ ਰੌਲਾ ਪੈ ਗਿਆ ਜੀ ਕਿ ਵੀ ਉਹ ਸਿੱਧੂ ਸਾਹਿਬ ਦੇ ਔਖੇ ਟਾਈਮ 'ਤੇ ਉਹਨਾਂ ਦੇ ਜਿਹੜੇ ਬਹੁਤ ਨੇੜਲੇ ਯਾਰ ਸੀਗੇ ਪ੍ਰਗਟ ਸਿੰਘ ਹੋਣੀ ਕਿਤੇ ਨਜ਼ਰ ਹੀ ਨਹੀਂ ਆਏ। ਚਲੋ ਹੁਣ ਮੇਰਾ ਖਿਆਲ ਪਤਾ ਲੱਗ ਗਿਆ ਹੋਣਾ ਵੀ ਤੁਸੀਂ ਇੰਡੀਆ 'ਚ ਹੈਗੇ ਹੀ ਨਹੀਂ ਸੀਗੇ, ਫਿਰ ਤੁਸੀਂ ਉੱਥੇ ਨਜ਼ਰ ਤੱਕ ਕਿੱਥੇ ਆਉਣਾ ਸੀ। ਇਹ ਪਿਛਲੇ ਸਮੇਂ ਦੇ ਵਿੱਚ ਜੋ ਸਿੱਧੂ ਸਾਹਿਬ ਜਿੱਦਾਂ ਇੱਕ ਸਾਈਡ 'ਤੇ ਹੋ ਗਏ, ਤੇ ਉਸ ਤੋਂ ਬਾਅਦ ਜਿੱਦਾਂ ਉਹਨਾਂ ਦੇ ਆ ਸਜ਼ਾ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਤੁਹਾਡੀ ਪਾਰਟੀ ਦੇ ਲੀਡਰ ਸਾਹਿਬਾਨਾਂ ਦੇ ਇਸ ਤਰ੍ਹਾਂ ਦੇ ਬਿਆਨ ਆਏ ਕਿ ਵੀ ਵਧੀਆ ਹੋ ਗਿਆ, ਚੰਗਾ ਹੋ ਗਿਆ, ਇਹਦਾ ਕੱਢ ਹੀ ਦੇਣਾ ਚਾਹੀਦਾ ਸੀ ਬੰਦਾ, ਇਹਨਾਂ ਦਾ ਮਿੱਟੀ ਕਰਤੀ ਕਾਂਗਰਸ। ਇਹ ਇੱਦਾਂ ਕਿਉਂ ਹੋ ਗਿਆ ਕਿ ਵੀ ਕਿੱਥੇ ਤੇ ਸਿੱਧੂ ਸਾਹਿਬ ਦੇ ਆਉਣ ਤੋਂ ਬਾਅਦ ਸਿੱਧੂ ਸਾਹਿਬ ਨੂੰ ਮੁੱਖ ਮੰਤਰੀ ਤੱਕ ਦੀ ਕੁਰਸੀ ਦਾ ਆਫਰ ਸੀਗਾ, ਚਿਹਰਾ ਉਹ ਸੀਗੇ ਇਲੈਕਸ਼ਨ ਲੜਨ ਤੱਕ, ਤੇ ਆਉਂਦਿਆਂ ਤੱਕ ਬਹੁਤ ਸਾਰੇ ਬੰਦੇ ਉਹ ਕਹਿੰਦੇ ਵੀ ਇਹ ਤਾਂ ਬੰਦਾ ਹੀ ਕੁਛ ਨਹੀਂ। ਇਹ ਇੰਨੀ ਛੇਤੀ ਇਹ ਸਾਰਾ ਕੁਛ ਕਿੱਦਾਂ ਹੋ ਗਿਆ? ਦੇਖੋ ਗੁਰਪ੍ਰੀਤ, ਮੈਂ ਜਿੰਨੀ ਕੁ ਗੱਲ ਸਮਝਦਾ ਇਹਨੂੰ 2 ਐਂਗਲ ਨਾਲ ਦੇਖਣਾ ਚਾਹੀਦਾ। ਇੱਕ ਉਹਦਾ ਪੋਲੀਟੀਕਲ ਐਂਗਲ ਆ, ਇੱਕ ਉਹਨਾਂ ਦਾ ਪਰਸਨਲ ਐਂਗਲ ਆ। ਅੱਜ ਤੋਂ 34 ਸਾਲ ਪਹਿਲਾਂ ਉਹ ਕਿਤੇ ਉੱਥੇ ਮਾੜਾ ਮੋਟਾ ਗਰਮਾ ਗਰਮੀ ਹੋਈ, ਜਿਹਦੇ ਵਿੱਚ ਜੋ ਵੀ ਹੋਇਆ ਉਹਦੇ ਵਿੱਚ ਉਹਨੂੰ ਸਜ਼ਾ ਹੋ ਗਈ। ਅੱਛਾ, ਇਹਦੇ ਲਈ ਕਦੀ ਕੋਈ ਖੁਸ਼ੀ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ ਕਿਸੇ ਦੀ ਵੀ, ਕਿਉਂਕਿ ਚਾਹੇ ਕੋਈ ਦੁਸ਼ਮਣ ਵੀ ਹੋਵੇ, ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇੱਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ, ਇਸ ਲੈਵਲ 'ਤੇ ਜਾ ਕੇ ਇੱਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਕੋਈ ਬਹੁਤ ਇਮੈਚਿਓਰ ਬੰਦਾ ਗੱਲ ਕਰੇ ਤਾਂ ਗੱਲ ਸਮਝ ਆਉਂਦੀ ਆ। ਮੈਂ ਨਹੀਂ ਇਸ ਗੱਲ ਦੇ ਬਿਲਕੁਲ ਵੀ ਹੱਕ 'ਚ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਕੀ ਕਹਿੰਦੇ ਹੁੰਦੇ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਇਹ ਤਾਂ ਕੋਈ ਰੌਲਾ ਨਹੀਂ ਹੈਗਾ, ਕਿਉਂਕਿ ਉਹ ਜਿਹੜਾ ਸਮਾਂ ਆ ਉਹ ਕਦੀ ਵੀ ਕਿਤੇ ਵੀ ਹੋ ਸਕਦਾ, ਕਿਸੇ 'ਤੇ ਵੀ ਆ ਸਕਦਾ। ਅੱਛਾ, ਮੈਂ ਹਮੇਸ਼ਾ
ਉਹਦਾ ਦੋਸਤ ਹੈਗਾ, ਰਿਹਾ ਆ ਤੇ ਹੈਗਾ। ਜੀ। ਮੈਂ ਚੰਗੀਆਂ ਗੱਲਾਂ ਉਹਦੇ ਨਾਲ ਵੀ ਸਾਂਝੀਆਂ ਕਰਦਾ ਰਿਹਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਹੀ ਸਾਹਮਣੇ ਹੋਵੋ ਅਤੇ ਤੁਸੀਂ ਉੱਥੋਂ ਦੀ ਲੰਘਦੇ ਦੇਖੋ ਜੀ ਵੀ ਹਾਂਜੀ ਮੈਂ ਐਂ ਕਰ ਲਿਆ ਜੀ, ਐਂ ਕਰ ਲਿਆ ਜੀ। ਅੱਛਾ, ਮੇਰੀ ਹਮੇਸ਼ਾ ਗੱਲ-ਗੁੱਲ ਹੁੰਦੀ ਰਹਿੰਦੀ ਆ, ਪਰ ਹੁਣ ਇਹ ਕਹਿ ਲਓ ਕਿ 34 ਸਾਲਾਂ ਬਾਅਦ ਇਹ ਇੱਦਾਂ ਦੀ ਗੱਲ ਹੋ ਗਈ ਆ ਅਤੇ ਹੁਣ ਸੁਪਰੀਮ ਕੋਰਟ ਨੂੰ ਤਾਂ ਝੁਠਲਾਇਆ ਨਹੀਂ ਜਾ ਸਕਦਾ। ਜਿਹੜੀ ਗੱਲ ਹੋ ਗਈ ਆ ਉਹਨੂੰ ਸਾਨੂੰ ਫੇਸ ਕਰਨਾ ਪਊਗਾ। ਬਿਲਕੁਲ। ਦੂਸਰੀ ਗੱਲ ਜਿਹੜੀ ਪੋਲੀਟੀਕਲ ਹੈਗੀ ਆ, ਪੋਲੀਟੀਕਲ ਗੱਲ ਦੇ ਵਿੱਚ ਇੰਨੀ ਕਿਹਾ ਕਿ ਸਾਡੀ ਜਿਹੜੀ ਕਾਂਗਰਸ ਪਾਰਟੀ ਦੀ ਆਫਟਰ ਕੈਪਟਨ ਅਮਰਿੰਦਰ ਸਿੰਘ ਜੀ ਲੀਡਰਸ਼ਿਪ ਦੀ ਦੌੜ ਆ। ਉਸ ਲੀਡਰਸ਼ਿਪ ਦੀ ਲੜਾਈ ਦੇ ਵਿੱਚ ਇੱਕ ਦੂਸਰੇ ਤੇ ਬੇਸਿਕਲੀ ਕਿੱਚੜ ਜਿਹੜਾ ਸੁੱਟਦੇ ਆ ਜੀ, ਔਰ ਉਹਦੇ ਵਿੱਚ ਫਿਰ ਨੈਚੁਰਲੀ ਆ ਕੋਈ ਕੁਛ ਕਹਿਣ ਡਿਆ ਹੁੰਦਾ, ਕੋਈ ਕੁਛ ਕਹਿਣ ਡਿਆ ਹੁੰਦਾ। ਉਹਦੇ ਵਿੱਚ ਮੀਡੀਆ ਦਾ ਰੋਲ, ਉਹਦੇ ਵਿੱਚ ਸੋਸ਼ਲ ਮੀਡੀਆ ਦਾ ਰੋਲ। ਮੈਨੂੰ ਲੱਗਦਾ ਕਿ ਨਾਪ ਤੋਲ ਕੇ, ਕਿਉਂਕਿ ਮੈਂ ਜਦੋਂ ਵੀ ਕਈ ਵਾਰੀ ਟੀਮਾਂ ਬੁਰੀ ਤਰ੍ਹਾਂ ਹਾਰੀਆਂ ਉਹਦੇ ਵਿੱਚ ਇੱਦਾਂ ਦੇ ਹਾਲਾਤ ਦੇਖਦਾ ਰਿਹਾ, ਪਰ ਇਹ ਰੀਕਨਸਾਈਲ ਹੋਣੇ ਹੁੰਦੇ ਆ ਜੀ। ਇਹ ਉਸ ਸਿਚੁਏਸ਼ਨ 'ਚੋਂ ਉੱਭਰਨਾ ਹੁੰਦਾ, ਉਸ ਇੰਨਾ ਕੜਵਾਹਟ ਨਾ ਪੈਦਾ ਕਰ ਲਓ ਵੀ ਤੁਸੀਂ ਉਹਨੂੰ ਬ੍ਰੇਕ ਕਰ ਦਿਓ, ਵੀ ਦੁਬਾਰਾ ਅੱਖਾਂ ਨਾ ਮਲਾਈਆਂ ਜਾਣ। ਮੈਨੂੰ ਲੱਗਦਾ ਕਿ ਨਾ ਤਾਂ ਪੋਲੀਟੀਕਲ ਬੰਦਿਆਂ ਨੂੰ ਇਦਾਂ ਦੀ ਗੱਲ ਕਰਨੀ ਚਾਹੀਦੀ ਆ, ਨਾ ਸਾਡੀ ਪਾਰਟੀ ਦੀ ਜਿਹੜੀ ਇੰਟਰਨਲ ਸਿਸਟਮ ਆ ਉਹਨਾਂ ਨੂੰ ਇਦਾਂ ਦੀ ਗੱਲ ਕਰਨੀ ਚਾਹੀਦੀ ਆ। ਕਿਉਂਕਿ ਗੁਰਪ੍ਰੀਤ ਜੀ, ਬੰਦੇ ਇੱਕ ਦੂਸਰੇ ਨੂੰ ਨਾ ਸਪੇਸ ਦੇ ਕੇ ਰਾਜੀ ਨਹੀਂ ਹੈ। ਜਿਹੜੀ ਮੈਂ ਪਹਿਲਾਂ ਵੀ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕੀਤੀ ਨਾ, ਵੀ ਮੈਂ ਤੇ ਮੈਂ ਹੀ ਆ, ਕੋਈ ਦੂਜਾ ਹੋਰ ਨਹੀਂ ਹੈ। ਇਹ ਪੰਜਾਬੀਆਂ ਦਾ ਇਹਦੇ ਨਾਲ ਨੁਕਸਾਨ ਪਹਿਲਾਂ ਵੀ ਬਹੁਤ ਹੋਇਆ। ਇਹ ਜਿਹੜੀ ਚੀਫ ਮਿਨਿਸਟਰੀਅਲ ਆਫ ਡੈਮੋਕ੍ਰੇਸੀ ਹੈ ਨਾ, ਇਹਦੇ ਵਿੱਚ ਪਹਿਲਾਂ ਵੀ ਪੰਜਾਬ ਨੇ ਨੁਕਸਾਨ, ਕਿਉਂਕਿ ਜਿਹੜਾ ਵੀ ਚੀਫ ਮਿਨਿਸਟਰ ਬਣਿਆ ਫਿਰ ਇੱਕ ਦੋ ਨੇ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕੀਤੀਆਂ, ਫਿਰ ਉਹਦਾ ਖਲਾਰਾ ਪਾਉਣਾ ਸ਼ੁਰੂ ਕੀਤਾ। ਉਹ ਖਲਾਰਾ ਉਹਦਾ ਨਹੀਂ ਪਿਆ, ਉਹ ਪੰਜਾਬ ਦਾ ਪਿਆ। ਜੇ ਅਸੀਂ ਉਹਨੂੰ ਥੋੜ੍ਹਾ ਜਿਹਾ ਵਿਜ਼ੂਅਲਾਈਜ਼ ਕਰਕੇ ਦੇਖੀਏ ਨਾ, ਮੈਂ ਤਾਂ ਇੱਕ ਟੀਮ ਦਾ ਖਿਡਾਰੀ ਹਾਂ ਯਾਰ। ਮੰਨ ਲਓ ਹੁਣ ਤੁਹਾਡੀ ਇੱਕ ਟੀਮ ਹੈ, ਇਹਦੇ ਵਿੱਚ ਟੈਕਨੀਕਲ ਟੀਮ ਵੀ ਹੈਗੀ ਆ, ਇਹਦੇ ਵਿੱਚ ਬ੍ਰੌਡਕਾਸਟਿੰਗ ਟੀਮ ਵੀ ਹੈਗੀ ਆ। ਗੁਰਪ੍ਰੀਤ ਇਕੱਲਾ ਹੀ ਤਾਂ ਇਹਦੀ ਇੰਟਰਵਿਊ ਦੇ ਕੇ ਇਹਨੂੰ ਚਲਾ ਨਹੀਂ ਸਕਦਾ। ਬਿਲਕੁਲ ਸਹੀ ਗੱਲ। ਸੋ ਇਸ ਕਰਕੇ ਗੁਰਪ੍ਰੀਤ ਤਾਂ ਇੱਕ ਚਿਹਰਾ ਆ। ਸੋ ਇਹਦਾ ਮਤਲਬ ਸਾਨੂੰ ਵੀ ਹੈਵ ਟੂ ਮੇਕ ਇਟ ਟੀਮ। ਅਸੀਂ ਜਿੱਦਣ ਇਹ ਸੋਚਣ ਲੱਗ ਪਏ, ਅਸੀਂ ਫਿਰ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ। ਮੈਂ ਉਦੋਂ ਵੀ ਪਹਿਲਾਂ ਵੀ ਇੱਕੋ ਗੱਲ ਕਹੀ ਸੀ। ਇਨਫੈਕਟ ਜਾਖੜ ਜੀ, ਚੰਨੀ ਜੀ ਔਰ ਨਵਜੋਤ ਸਿੰਘ ਸਿੱਧੂ, ਇੱਕ ਮੀਟਿੰਗ ਦੇ ਵਿੱਚ ਅਸੀਂ ਕੰਪੇਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹੀ ਸੀ, ਤੁਸੀਂ ਤਿੰਨੇ ਪੰਜਾਬ ਦੀ ਗੱਲ ਬਹੁਤ ਕਰਦੇ ਆ, ਪਰ ਇੱਕ ਗੱਲ ਸਮਝ ਲਓ, ਹੁਣ ਤੁਹਾਨੂੰ ਪੰਜਾਬ ਨੂੰ ਤੁਹਾਡੀ ਜ਼ਰੂਰਤ ਆ ਜੀ। ਤੁਸੀਂ ਇਹ ਸੋਚ ਸਕਦੇ ਹੋ ਐਜ਼ ਏ ਪਾਰਟੀ ਵੀ, ਐਜ਼ ਏ ਸਰਕਾਰ ਵੀ, ਇਹ ਬਾਅਦ ਵਿੱਚ ਜਿਹੜੀਆਂ ਕਿੜਾਂ ਕੁੜਾਂ ਕੱਢ ਲਿਓ। ਵੀ ਤੁਸੀਂ ਸੋਚ ਸਕਦੇ ਹੋ ਵੀ ਇਹਦਾ ਮਤਲਬ ਜੇ ਤੁਸੀਂ ਤਿੰਨੇ ਲੜੋਗੇ, ਇਹਦਾ ਮਾਇਨਾ ਇਹ ਆ ਕਿ ਤੁਸੀਂ ਜਾਂ ਆਪ ਦੀ ਸਰਕਾਰ ਨੂੰ ਸੱਦਾ ਦੇ ਰਹੇ ਆ ਤੇ ਜਾਂ ਅਕਾਲੀ ਦਲ ਨੂੰ ਸੱਦਾ ਦੇ ਰਹੇ ਆ। ਇਹ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ। ਜਦੋਂ ਤਿੰਨੇ ਚਿਹਰੇ ਬਣਾਏ ਸੀ ਔਰ ਇਦਾਂ ਬੈਠ ਕੇ ਵਿੱਚ ਦੋ ਬੰਦੇ ਹਾਈ ਕਮਾਂਡ ਦੇ ਵੀ ਬੈਠੇ ਸੀ ਜੀ। ਕਿਉਂਕਿ ਮੈਂ ਜਿਹੜੀ ਗੱਲ, ਮੇਰੀ ਪ੍ਰੋਬਲਮ ਕੀ ਆ ਕਿ ਮੈਂ ਸਾਰਿਆਂ ਨੂੰ ਜਿਹੜੀ ਗੱਲ ਕਹਿਣੀ ਹੁੰਦੀ ਮੈਂ ਕਹਿ ਦਿੰਦਾ, ਔਰ ਕਿਤੇ ਨਾ ਕਿਤੇ ਮਾੜੀ ਮੋਟੀ ਸੁਣ ਵੀ ਲੈਂਦੇ ਆ। ਕਿਉਂਕਿ ਮੈਂ ਉਹ ਹੇਰ ਫੇਰ ਨਹੀਂ ਰੱਖਣਾ ਹੁੰਦਾ ਜਿਹੜਾ ਉਸ ਆਰਗੇਨਾਈਜੇਸ਼ਨ ਦੀ ਜਾਂ ਪੰਜਾਬ ਦੀ ਹੱਕ 'ਚ ਨਾ ਹੋਵੇ। ਜਿਹੜਾ ਫਿਰ ਪੰਜਾਬ ਦੀ ਹੱਕ 'ਚ ਨਹੀਂ ਹੋਊਗਾ, ਫਿਰ ਜੇ ਉਹ ਮੇਰੇ ਨਾਲ ਪੰਗਾ ਵੀ ਲੈਂਦਾ ਤਾਂ ਲੈ ਲਵੇ। ਅੱਛਾ, ਇੱਕ ਗੱਲ ਦੱਸੋ ਕਿ ਇਹ ਗੱਲ ਮੈਨੂੰ ਯਾਦ ਆ ਗਈ, ਕਿਉਂਕਿ ਉਦੋਂ ਜਦੋਂ ਇਹ ਟਾਈਮ ਚੱਲਦਾ ਸੀਗਾ, ਅੱਜ ਜੀ ਫਿਰ ਸਿੱਧੂ ਸਾਹਿਬ ਇੱਥੇ ਨਹੀਂ ਹੈਗੇ, ਉੱਥੇ ਜੀ ਚੰਨੀ ਸਾਹਿਬ ਮਿਲ ਨਹੀਂ ਰਹੇ, ਉਹ ਫਿਰ ਜੀ ਹੁਣ ਸਰਦਾਰ ਪ੍ਰਗਟ ਸਿੰਘ ਹੋਰਾਂ ਦੀ ਡਿਊਟੀ ਲਾਈ ਹੈ ਜੀ ਹਾਈ ਕਮਾਨ ਨੇ, ਉਹ ਉਹਨਾਂ ਨੂੰ ਬਿਠਾ ਕੇ ਸਮਝਾਉਣਗੇ ਜੀ। ਉਹ ਤੁਸੀਂ ਬਿਠਾਉਂਦੇ ਰਹੇ ਉਹਨਾਂ ਨੂੰ, ਕਿਉਂਕਿ ਮੈਨੂੰ ਲੱਗਦਾ ਇੱਕ ਤੋਂ ਤਾਂ ਕਈ ਜ਼ਿਆਦਾ ਮੀਟਿੰਗਾਂ ਹੋਈਆਂ, ਕੋਈ ਕਿਤੇ ਮਾੜੀ ਮੋਟੀ ਗੱਲ ਬਣੀ। ਪਰ ਇਹ ਇੱਕ ਮੀਟਿੰਗ ਇਦਾਂ ਦੀ ਜ਼ਰੂਰ ਹੋਈ ਸੀਗੀ ਜਿੱਥੇ ਤਿੰਨੇ ਬੈਠੇ ਸੀਗੇ ਐਂਡ ਇਨ ਪ੍ਰਿੰਸੀਪਲ ਇਹ ਐਗਰੀ ਵੀ ਕੀਤੇ। ਬਟ ਉਸ ਰੈਲੀ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨਹੀਂ ਆਇਆ ਸੀ। ਮੇਰੇ ਹਲਕੇ 'ਚ ਰੈਲੀ ਹੋਈ ਸੀ ਜਿੱਥੇ ਇਨ ਪ੍ਰਿੰਸੀਪਲ ਇਹ ਐਗਰੀ ਹੋਏ ਸੀ ਵੀ ਹਾਂ ਵੀ ਇਹ ਤਿੰਨੇ ਜਣੇ ਉਸ ਰੈਲੀ 'ਚ ਆਉਣਗੇ ਤੇ ਉਹਨੂੰ ਬੇਸਿਕਲੀ ਕਹਿ ਲਓ ਕਿ ਕੰਪੇਨ ਲਈ ਕਿਕ ਆਫ ਹੋਊਗਾ। ਪਰ ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨਹੀਂ ਆਇਆ। ਨਹੀਂ, ਫਿਰ ਡਿਊਰਿੰਗ ਕੈਂਪੇਨ ਜਾਂ ਉਹ ਤੋਂ ਪਹਿਲਾਂ ਸਾਰਾ ਕੁਝ ਤੁਹਾਡੇ ਸਮਝਾਉਣ ਦੇ ਬਾਵਜੂਦ ਵੀ ਜੇ ਲੀਡਰ ਇੱਕ ਪਲੇਟਫਾਰਮ 'ਤੇ ਇਕੱਠੇ ਨਹੀਂ ਹੋਏ ਤੇ ਇਹਦਾ ਮਤਲਬ ਵੀ ਕਾਂਗਰਸ ਦੀ ਹਾਰ ਦਾ ਕਾਰਨ ਤੇ ਹੋ ਰਿਹਾ ਹੀ ਆ। ਦੇਖੋ, ਅਲਟੀਮੇਟਲੀ ਹੁਣ ਹਰ ਬੰਦਾ ਇੰਡੀਵਿਜੂਅਲੀ ਵੀ ਸੋਚਦਾ ਨਾ, ਕਿਉਂਕਿ ਮੈਂ ਜਦੋਂ ਵੀ ਜਿਹੜੀ ਟੀਮ ਲਈ ਖੇਡਦਾ ਹੁੰਦਾ ਮੈਂ ਉਸ ਟੀਮ ਦਾ ਭਲਾ ਵੀ ਮੰਗਦਾ। ਪਹਿਲਾ ਭਲਾ ਪੰਜਾਬ ਦਾ ਹੋਵੇ, ਦੂਜਾ ਭਲਾ ਉਸ ਟੀਮ ਦਾ ਹੋਵੇ ਜੀ।
ਠੀਕ ਆ। ਤੀਜਾ ਭਲਾ ਓਪੋਜੀਸ਼ਨ ਦਾ ਵੀ ਹੋਵੇ ਜੇ ਉਹ ਚੰਗੀ ਗੱਲ ਕਰਦੇ ਆ, ਕਿਉਂਕਿ ਡੈਮੋਕ੍ਰੇਸੀ ਇੱਕ ਇਹੋ ਜਿਹਾ ਪਲੇਟਫਾਰਮ ਹੈਗਾ, ਇੱਕ ਇਹੋ ਜਿਹਾ ਬਿਊਟੀਫੁਲੀ ਡਿਜ਼ਾਈਨਡ ਪ੍ਰੋਗਰਾਮ ਆ ਜਿਹਦੇ ਵਿੱਚ ਹਰ ਬੰਦੇ ਦਾ ਆਪਣਾ ਰੋਲ ਹੈਗਾ ਜੇ ਉਹ ਸਮਝਣ ਦੀ ਕੋਸ਼ਿਸ਼ ਕਰੇ ਜੀ। ਤੇ ਜੇ ਉਹ ਇਸ ਗੱਲ ਨੂੰ ਸਮਝਦਾ ਹੀ ਨਹੀਂ ਹੈ, ਕਿਉਂਕਿ ਓਪੋਜੀਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ। ਨਹੀਂ ਤਾਂ ਕਈ ਵਾਰੀ ਸਰਕਾਰਾਂ ਇਹੋ ਜਿਹੇ ਫੈਸਲੇ ਲੈਣ ਲੱਗ ਪੈਂਦੀਆਂ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਨੁਕਸਾਨ ਬੜੇ ਹੁੰਦੇ ਆ। ਬਿਲਕੁਲ। ਅੱਛਾ, ਸਰਕਾਰਾਂ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਵੀ ਸਟਰੋਂਗ ਚਾਹੀਦੀ ਆ, ਇੱਕ ਟੀਮ ਚਾਹੀਦੀ ਆ ਜਿਹੜੀ ਹਰ ਚੀਜ਼ ਨੂੰ ਡਿਸਕਸ ਕਰਕੇ, ਅੱਛਾ ਹੁੰਦਾ ਕੀ ਆ, ਡਿਸਕਸ ਤਾਂ ਕਿਸੇ ਨਾਲ ਹੁੰਦਾ ਹੀ ਨਹੀਂ ਹੈ, ਉਹਨੂੰ ਇੱਕ ਕਹਿ ਲਓ ਕਿ ਡੈਮੀ ਗੋਡ ਬਣਾਤਾ ਜਾਂਦਾ ਚੀਫ ਮਿਨਿਸਟਰ ਨੂੰ। ਉਹ ਜਨਾਬ ਨਾ ਤੁਹਾਡੇ ਵਰਗਾ ਪੈਦਾ ਹੋਇਆ ਨਾ ਪੈਦਾ ਹੋਣਾ, ਅੱਛਾ ਬੰਦਾ ਤਾਂ ਬੰਦਾ ਹੀ ਆ, ਫੂਕ ਛਕ ਜਾਂਦਾ, ਅੱਛਾ ਫੂਕ ਛਕ ਜਾਂਦਾ ਤਾਂ ਫਿਰ ਉਹ ਗਾਂ ਫੈਸਲੇ ਉੱਦਾਂ ਬੰਦੇ ਨੂੰ ਬੰਦਾ ਨਹੀਂ ਸਮਝਦਾ, ਬੰਦੇ ਨੂੰ ਫਿੱਗਾ ਬੰਦਾ ਨਹੀਂ ਸਮਝਦਾ। ਅੱਛਾ, ਇੱਕ ਗੱਲ ਦੱਸੋ ਕਿ ਜਿਹੜਾ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਵਾਲਾ ਫੈਸਲਾ ਸੀ, ਜਿੱਥੋਂ ਗੱਲ ਟ੍ਰਿਗਰ ਹੁੰਦੀ ਜਿਹਦਾ ਕਰਕੇ ਅੱਜ ਜਾਖੜ ਸਾਹਿਬ ਬੀਜੇਪੀ 'ਚ ਨੇ, ਉਹ ਕਿੰਨੀ ਕੁ ਗੱਲ ਸਹੀ ਸੀ ਕਿ ਵੀ ਉਹਨਾਂ ਨੂੰ 2 ਵੋਟਾਂ ਪਈਆਂ ਸੀ ਤੇ ਦੂਜੇ ਪਾਸੇ ਜਾਖੜ ਸਾਹਿਬ ਦੀ ਮੈਜੋਰਿਟੀ ਸੀ, ਤੇ ਫਿਰ ਵੀ ਹਾਈ ਕਮਾਂਡ ਨੇ ਕੁਝ ਜਿਸ ਚੀਜ਼ ਦਾ ਇਲਜ਼ਾਮ ਲਾਉਂਦੇ ਨੇ ਜਾਖੜ ਸਾਹਿਬ ਕਿ ਵੀ ਉਹ ਜਾਤ ਆਧਾਰਿਤ ਪੰਜਾਬ ਨੂੰ ਵੰਡ ਕੇ ਤੇ ਅੱਗੇ ਤੁਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ। ਦੇਖੋ ਮੈਨੂੰ ਲੱਗਦਾ, ਦੇਖੋ ਜਿਹੜੀ ਖਾਸ ਕਰਕੇ ਕਾਂਗਰਸ ਦੀ ਵੀ ਗੱਲ ਆ, ਜਿਹੜੀ ਇਹਦੀ ਬੇਸਿਕ ਆਈਡੀਓਲੋਜੀ ਆ ਵੀ ਇਹ ਹਰ ਧਰਮ ਨੂੰ ਤੇ ਹਰ ਵਰਗ ਨੂੰ ਨਾਲ ਲੈ ਕੇ ਜੀ ਚੱਲਣ ਦੀ ਪਹਿਲਾਂ ਸੀਗੀ, ਪਰ ਹੁਣ ਕੁਝ ਵੱਖਰਾ ਹੋ ਚੱਲਣ ਦੀ ਗੱਲ ਕਰਦੇ ਆ। ਫਿਰ ਮੈਨੂੰ ਲੱਗਦਾ ਸਾਨੂੰ ਬਹੁਤ ਜ਼ਿਆਦਾ ਨਹੀਂ ਜਚਾਉਣਾ ਚਾਹੀਦਾ ਵੀ ਇਹ ਹਿੰਦੂ ਧਰਮ ਚੋਂ ਆ, ਇਹ ਸਿੱਖ ਧਰਮ ਚੋਂ ਆ। ਬੰਦਾ ਚੰਗਾ ਹੋਵੇ, ਬੰਦਾ ਕੈਰੀ ਕਰ ਸਕਦਾ ਹੋਵੇ, ਬੰਦਾ ਵਿਜ਼ਨ ਹੋਵੇ ਤੇ ਉਹਨੂੰ ਬਣਾ ਲਓ। ਇਹ ਜ਼ਰੂਰੀ ਨਹੀਂ ਹੁੰਦਾ, ਕਿਉਂਕਿ ਸਾਡੇ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਜਿਹੇ ਇਹੋ ਜਿਹੇ ਬਣ ਗਏ ਕਿ ਹਿੰਦੂ ਤਵਾ ਏਜੰਡਾ ਹੈਗਾ, ਇਹ ਫਲਾਣੇ ਤਵਾ ਏਜੰਡਾ ਹੈਗਾ, ਇਹ ਫਲਾਣੇ ਤਵਾ ਏਜੰਡਾ ਹੈਗਾ, ਪਰ ਸਾਨੂੰ ਉਹਨਾਂ ਏਜੰਡਿਆਂ ਤੋਂ ਗਰੇਜ ਕਰਨ ਦੀ ਜ਼ਰੂਰਤ ਹੈਗੀ ਆ ਜੇ ਅਸੀਂ ਇਹਨੂੰ ਸੈਕੂਲਰ ਪਾਰਟੀ ਵਾਲਾ ਐਂਗਲ ਕਰਦੇ ਹਾਂ। ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਤੁਸੀਂ ਬਹੁਤ ਜ਼ਿਆਦਾ ਉਭਾਰਦੇ ਆ ਤੇ ਕੁਛ ਕੁ ਜ਼ਿਆਦਾ ਬੰਦਿਆਂ ਨੂੰ ਬਹੁਤੀ ਫਿਰ ਤਕਲੀਫ ਵੀ ਹੁੰਦੀ ਆ। ਅੱਛਾ, ਅਸੀਂ ਇੰਨਾ ਕਹਿਣ ਦੀ ਕੀ ਜ਼ਰੂਰਤ ਹੈ ਬਈ ਚਰਨਜੀਤ ਸਿੰਘ ਚੰਨੀ ਇੱਕ ਪੰਜਾਬੀ ਚਿਹਰਾ ਆ, ਠੀਕ ਆ ਜੀ, ਉਹਦੀ ਆਹ ਕੁਆਲੀਫਿਕੇਸ਼ਨ ਆ। ਜ਼ਰੂਰੀ ਤਾਂ ਨਹੀਂ ਹੈ ਵੀ ਉਹਦੀ ਇਹ ਕੁਆਲੀਫਿਕੇਸ਼ਨ ਜਿਹੜੀ ਉਹ ਐਸਸੀ ਹੋਵੇ ਜਾਂ ਕੋਈ ਕਿਸੇ ਧਰਮ ਦਾ। ਅੱਛਾ, ਮੈਨੂੰ ਤਾਂ ਕਦੀ ਫਰਕ ਨਹੀਂ ਪਿਆ ਬੀਇੰਗ ਏ ਸਪੋਰਟਸਮੈਨ, ਮੈਨੂੰ ਤਾਂ ਖਿਡਾਰੀ ਚੰਗਾ ਹੋਣਾ ਚਾਹੀਦਾ, ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ, ਮੈਂ ਕੀ ਲੈਣਾ ਦੇਣਾ। ਕਿਉਂਕਿ ਸਾਨੂੰ ਗੁਰੂਆਂ ਨੇ ਸਿਖਾਇਆ ਵੀ ਇਹੀ ਆ, ਗੁਰੂ ਨਾਨਕ ਦੀ ਫਿਲਾਸਫੀ ਵੀ ਇਹੀ ਹੈ। ਅੱਛਾ, ਜਦੋਂ ਤੁਸੀਂ ਬਹੁਤ ਜ਼ਿਆਦਾ ਉਹਨੂੰ ਉਭਾਰਦੇ ਆ ਫਿਰ ਕਈ ਵਾਰੀ ਦੂਸਰੇ ਜਿਹੜੇ ਧਰਮ ਵਾਲੇ ਜਾਂ ਦੂਸਰੀ ਜਾਤ ਵਾਲੇ ਉਹ ਕਹਿੰਦੇ ਯਾਰ ਫਿਰ ਜੇ ਜਾਤ ਵਾਲੀ ਐਡੀ ਗੱਲ ਆ ਤਾਂ ਫਿਰ ਮੈਂ ਕਿਹੜਾ ਘੱਟ ਆ। ਅੱਛਾ, ਉੱਥੇ ਫਿਰ ਉਹ ਜਿਹੜੀਆਂ ਉਹ ਕਿਤੇ ਨਾ ਕਿਤੇ ਗਰਾਰੀਆਂ ਫਸਣ ਲੱਗ ਪੈਂਦੀਆਂ। ਯਾਨੀ ਕਿ ਉਹ ਜਿਹੜੀ ਇੱਕ ਤਰ੍ਹਾਂ ਨਾਲ ਗੱਲ ਚੱਲੀ ਸੀ ਉਹ ਕੈਲਕੂਲੇਟ ਕਿਸੇ ਹੋਰ ਤਰ੍ਹਾਂ ਕੀਤੀ ਗਈ ਹੋਊਗੀ, ਪਰ ਉਹ ਟ੍ਰਿਗਰ ਕਿਸੇ ਹੋਰ ਤਰ੍ਹਾਂ ਉਹਨੇ ਬੇਸਿਕਲੀ ਉਹਦਾ ਕੋਈ ਚਿਹਰਾ ਮੋਹਰਾ ਕਿਤੇ ਹੋਰ ਤਰ੍ਹਾਂ ਨਿਕਲਿਆ। ਇਹ ਪਰ ਜਦੋਂ ਉਹਨਾਂ ਨੂੰ ਬਣਾਇਆ ਵੀ ਗਿਆ, ਚੰਨੀ ਸਾਹਿਬ ਮੇਰਾ ਖਿਆਲ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਉਹ ਭੰਗੜਾ ਪਾ ਬੈਠੇ, ਫਿਰ 3-4 ਥਾਵਾਂ ਤੇ ਭੰਗੜਾ ਪਿਆ, ਫਿਰ ਉਸ ਤੋਂ ਬਾਅਦ ਉਹ ਜਿਉਂ ਪੱਠੇ ਕੁਤਰਨ ਤੋਂ ਲੈ ਕੇ ਰਿਕਸ਼ਾ ਚਲਾਉਣ ਤੋਂ ਲੈ ਕੇ ਅਖੀਰ ਬੱਕਰੀ ਚੋਣ ਤੱਕ ਗਏ। ਉਹ ਕਿਵੇਂ ਦਾ ਸੀਗਾ? ਗੁਰਪ੍ਰੀਤ ਤੋਂ ਮੈਨੂੰ ਲੱਗਦਾ ਕਿਸੇ ਜਿਹੜੀਆਂ ਅੱਜ ਕੱਲ੍ਹ ਮਾਰਕੀਟਿੰਗ ਕੰਪਨੀਆਂ ਹੈਗੀਆਂ ਨਾ, ਕਿਉਂਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਤਾਂ ਫਿਰ ਉਹ ਬੜੀ ਤਾਦਾਦ ਦੇ ਵਿੱਚ ਆਉਂਦੀਆਂ। ਕੋਈ ਕਹਿੰਦਾ ਮੇਰਾ ਬੰਬੇ ਦਾ ਤਜਰਬਾ, ਕੋਈ ਕਹਿੰਦਾ ਮੇਰਾ ਦਿੱਲੀ ਦਾ ਤਜਰਬਾ, ਮੈਂ ਇੰਨੀਆਂ ਇਲੈਕਸ਼ਨਾਂ ਲੜਾਈਆਂ। ਉਹ ਮੈਨੂੰ ਲੱਗਦਾ ਕਿਸੇ ਨੇ ਸੁਜੈਸਟ ਕਰ ਦਿੱਤਾ ਵੀ ਤੁਸੀਂ ਹੁਣ ਬਿਲਕੁਲ ਹੀ, ਕਿਉਂਕਿ ਤੁਹਾਡਾ ਆਮ ਆਦਮੀ ਪਾਰਟੀ ਨਾਲ ਕੰਪੀਟੀਸ਼ਨ ਆ ਤੇ ਤੁਸੀਂ ਹੁਣ ਬਿਲਕੁਲ ਆਮ ਆਦਮੀ ਬਣ ਜਾਓ। ਤੇ ਉਸ ਆਮ ਆਦਮੀ ਦੇ ਵਿੱਚ ਠੀਕ ਆ, ਕਿਤੇ ਦੇਖੋ ਮੰਨ ਲਓ ਸਪੋਜ਼ ਮੈਂ ਤਾਂ ਯਾਰ ਮੈਨੂੰ ਇਹ ਦਿਖਾਉਣ ਦੀ ਜ਼ਰੂਰਤ ਨਹੀਂ ਵੀ ਮੈਂ ਮੱਝ ਚੋਈ ਆ, ਮੈਂ ਮੱਝ ਚੋਈ ਆ। ਅੱਛਾ, ਇਹ ਮੈਨੂੰ ਹੁਣ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਜੇ ਕੋਈ ਬੰਦਾ ਚੀਫ ਮਿਨਿਸਟਰ ਬਣ ਜਾਂਦਾ ਉਹਨੂੰ ਇਹਨਾਂ ਚੀਜ਼ਾਂ ਨੂੰ ਦੇਖੋ, ਅਲਟੀਮੇਟਲੀ ਤਾਂ ਤੁਸੀਂ ਡਿਸੀਜਨ ਲੈਣੇ, ਤੁਸੀਂ ਫੈਸਲੇ ਲੈਣੇ। ਮੈਂ ਤੁਹਾਨੂੰ ਸੌਰੀ ਟੋਕ ਰਿਹਾ, ਤੁਸੀਂ ਉਦੋਂ ਫੋਨ ਕਰਕੇ ਨਾ ਕਿ ਜਦੋਂ ਤੁਸੀਂ ਕਹਿ ਦਿੰਦੇ ਹੁੰਦੇ ਵੀ ਚੰਨੀ ਸਾਹਿਬ ਆਪਾਂ ਛੱਡੀਏ ਖੜਾ, ਕਿਹੜੇ ਕੰਮ 'ਚ ਪਏ ਹਰ ਥਾਂ 'ਤੇ। ਨਹੀਂ, ਮੈਂ ਤਾਂ ਦੇਖੋ, ਮੈਂ ਤਾਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਸਾਡੀਆਂ ਕੈਬਨਿਟ ਦੀਆਂ, ਹਰ ਦੂਜੇ ਤੀਜੇ ਚੌਥੇ ਦਿਨ ਮੀਟਿੰਗ ਹੋਈ ਆ। ਮੈਂ ਇਹ ਗੱਲਾਂ ਮੀਟਿੰਗ ਦੇ ਵਿੱਚ, ਕਿਉਂਕਿ ਮੇਰੀ ਦੇਖੋ ਮੈਂ ਹਮੇਸ਼ਾ ਪਹਿਲਾਂ ਅੰਦਰ ਵੜ ਕੇ ਕਹਿਣਾ, ਕਿਉਂਕਿ ਮੈਨੂੰ ਲੱਗਦਾ ਕਿ ਫਰਜ਼ ਵੀ ਬਣਦਾ ਤੇ ਪ੍ਰੋਟੋਕੋਲ ਵੀ ਬਣਦਾ ਵੀ ਆਹ ਗੱਲ ਗਲਤ ਹੈਗੀ ਆ ਜੀ। ਜਿਹੜੀਆਂ ਕੁਛ ਕੁ ਚੀਜ਼ਾਂ ਜਿਹੜੇ ਟਫ ਡਿਸੀਜ਼ਨ ਵੀ ਸੀ ਮੈਂ ਉਹਦੇ ਬਾਰੇ ਵੀ ਕਿਹਾ। ਅੱਛਾ, ਲੇਕਿਨ ਕਿਉਂਕਿ ਸਮਾਂ ਬਹੁਤ ਥੋੜ੍ਹਾ ਸੀ, ਮੈਨੂੰ ਇਹ ਸੀਗਾ ਕਿ ਮੈਂ ਆਪਣੇ ਮਹਿਕਮੇ ਵੀ ਜਿਹੜੇ ਉਹਨਾਂ ਨੂੰ ਵੀ ਜਿੰਨਾ ਕੁ ਮੈਕਸੀਮਮ ਠੀਕ ਕਰ ਸਕਦੇ ਉਹਨੂੰ ਕਰ ਲਈਏ, ਠੀਕ ਹੈ ਨਾ। ਲੇਕਿਨ ਮੈਂ ਇਹ ਗੱਲਾਂ ਕਹਿੰਦਾ ਰਿਹਾ ਜੀ ਕਿ ਆਹ ਗੱਲਾਂ ਇੱਦਾਂ ਦੀਆਂ ਹੈਗੀਆਂ ਜਾਂ ਆਹ ਗੱਲਾਂ ਇੱਦਾਂ ਦੀਆਂ ਹੈਗੀਆਂ, ਐਂਡ ਉਹਦੇ ਵਿੱਚ ਕੁਛ ਕੁ ਕਰਾਉਣ ਦੇ ਵਿੱਚ ਵੀ ਸਕਸੈਸਫੁਲ ਹੋਇਆ। ਉਹ ਕਈ ਵਾਰੀ ਇਹ ਚੀਜ਼ਾਂ ਬਾਹਰ ਨਹੀਂ ਆਉਂਦੀਆਂ, ਮੈਨੂੰ ਨਹੀਂ ਲੱਗਦਾ ਵੀ ਇਹ ਬਾਹਰ ਆਉਣੀਆਂ ਵੀ ਚਾਹੀਦੀਆਂ। ਬਿਲਕੁਲ। ਔਰ ਲੇਕਿਨ ਜਦੋਂ ਮੈਂ ਫਿਰ ਚਿੱਠੀ ਲਿਖਦਾ, ਫਿਰ ਜਦੋਂ ਸਾਰਾ ਕੁਛ ਹੀ ਲੰਘ ਜਾਂਦਾ ਹੁੰਦਾ, ਫਿਰ ਮੈਂ ਉਦੋਂ ਲਿਖਦਾ ਹੁੰਦਾ ਵੀ ਨਾ। ਅੱਛਾ, ਉਹ ਇਸ ਕਰਕੇ ਲਿਖਦਾ ਹੁੰਦਾ ਵੀ ਇਹ ਡਾਕੂਮੈਂਟਡ ਆ
ਜੀ ਨਾਰਮਲੀ ਪੋਲੀਟੀਕਲ ਬੰਦੇ ਅੱਜ ਕੋਈ ਗੱਲ ਕਹਿ ਕੇ, ਕਈ ਵਾਰੀ ਗੁਰਪ੍ਰੀਤ ਨਾਲ ਇੰਟਰਵਿਊ ਤੇ ਗੱਲ ਕਹਿ ਕੇ ਵੀ ਬਾਅਦ ਚ ਕਹਿੰਦੇ ਵੀ ਮੈਨੂੰ ਤਾਂ ਮਿਸਕੋਟ ਕੀਤਾ, ਮੇਰੀ ਗੱਲ ਤੋੜ ਮਰੋੜ ਕੇ ਪੇਸ਼ ਕੀਤੀ। ਅੱਛਾ, ਮੈਂ ਲਿਖ ਹੀ ਦਿੰਦਾ ਹੁੰਦਾ ਵੀ ਤਾਂ ਕਿ ਮੈਂ ਹੀ ਨਾ ਕਹਿ ਸਕਾਂ ਵੀ ਮੇਰੀ ਗੱਲ ਤੋੜ ਮੋੜ ਕੇ ਪੇਸ਼ ਕੀਤੀ। ਅੱਛਾ, ਨਹੀਂ ਚਲੋ ਵਧੀਆ। ਪਰ ਬਾਅਦ ਦੇ ਵਿੱਚ ਆਮ ਆਦਮੀ ਬਣਦੇ ਚੰਨੀ ਸਾਹਿਬ ਜਿਸ ਤਰ੍ਹਾਂ ਆਪਣੇ ਉਹ ਭਾਣਜੇ ਵਾਲੇ ਕੇਸ ਦੇ ਵਿੱਚ ਫਸੇ, ਤੇ ਉਸ ਤੋਂ ਬਾਅਦ ਫਿਰ ਉਹ 10 ਕਰੋੜ ਵਾਲਾ ਕੰਮ ਤੇ ਫਿਰ ਕਈ ਕੁਛ ਵਾਲਾ ਕੰਮ ਚੱਲ ਗਿਆ। ਤੁਹਾਨੂੰ ਲੱਗਦਾ ਉਹਨੇ ਵੀ ਨੁਕਸਾਨ ਕੀਤਾ? ਨੁਕਸਾਨ ਕੀਤਾ। ਹੁਣ ਇਹ ਤਾਂ ਦੇਖੋ ਕਈ ਵਾਰੀ ਕਈ ਪ੍ਰਕਿਰਿਆ ਇਹੋ ਜਿਹੀਆਂ ਹੁੰਦੀਆਂ ਜਿਹਦੇ ਵਿੱਚ ਕਿਉਂਕਿ ਜਿੰਨਾ ਚਿਰ ਤੁਹਾਨੂੰ ਸਜ਼ਾ ਨਹੀਂ ਹੋ ਜਾਂਦੀ ਜਾਂ ਤੁਸੀਂ ਉਸ ਸਕੈਨਰ ਦੇ ਥੱਲੇ ਨਹੀਂ ਹੁੰਦੇ, ਹੁਣ ਉਹ ਤਾਂ ਇੰਡੀਵਿਜੂਅਲੀ ਉਹ ਦੱਸ ਸਕਦੇ ਆ ਕਿ ਕੀ ਹੋਇਆ ਕੀ ਨਹੀਂ ਹੋਇਆ। ਸੋ ਉਹਦਾ ਨੁਕਸਾਨ ਤਾਂ ਹੋਇਆ। ਅੱਛਾ, ਜਾਖੜ ਸਾਹਿਬ ਵਾਲੇ ਪਾਸੇ ਆਈਏ ਆਪਾਂ ਹੁਣ। ਜਾਖੜ ਸਾਹਿਬ ਜਿਸ ਤਰ੍ਹਾਂ ਜਿਉਂ ਮੇਰੇ ਖਿਆਲ ਨਾਲ ਚੰਨੀ ਸਾਹਿਬ ਵਾਲਾ ਉਹ ਡਿਸੀਜਨ ਹੋਇਆ, ਉਹਦੇ ਤੋਂ ਲੈ ਕੇ ਉਹ ਜਿਵੇਂ ਪਾਰਟੀ ਤੋਂ ਪਿੱਛੇ ਹਟਦੇ ਇਸ ਵਾਰ ਇਲੈਕਸ਼ਨ ਵੀ ਲੜੀ ਉਹਨਾਂ ਨੇ, ਤੇ ਅਖੀਰ ਐਂਡ ਤੱਕ ਆਉਂਦਿਆਂ ਉਹ ਹੁਣ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਗਏ। ਹੁਣ ਇੱਕ ਚਿਹਰਾ ਜਿਹੜਾ ਕਿ ਅੱਧੀ ਸਦੀ ਕਾਂਗਰਸ ਪਾਰਟੀ 'ਚ ਰਿਹਾ ਹੋਵੇ, ਬਹੁਤ ਵਾਰ ਪ੍ਰਧਾਨ ਵੀ ਰਿਹਾ ਹੋਵੇ, ਵੱਡੇ ਅਹੁਦਿਆਂ ਦੇ ਉੱਪਰ ਰਿਹਾ ਹੋਵੇ, ਉਸ ਸ਼ਖਸ ਦਾ ਇਸ ਤਰ੍ਹਾਂ ਛੱਡ ਕੇ ਚਲੇ ਜਾਣਾ ਹਾਈ ਕਮਾਂਡ ਵੱਲੋਂ ਜਾਂ ਕਾਂਗਰਸ ਪਾਰਟੀ ਵੱਲੋਂ ਇੱਕ ਵਾਰ ਵੀ ਕੋਈ ਰੋਕਣ ਦੀ ਜਾਂ ਮਨਾਉਣ ਦੀ ਕੋਸ਼ਿਸ਼ ਨਾ ਕੀਤੀ ਜਾਣੀ, ਇਹਨੂੰ ਕਿੱਦਾਂ ਦੇਖਦੇ? ਦੇਖੋ, ਇਹੋ ਜਿਹਾ ਬੰਦਾ ਲੂਜ਼ ਤਾਂ ਨਹੀਂ ਕਰਨਾ ਚਾਹੀਦਾ। ਐਂਡ ਦੇਖੋ, ਰੀਜ਼ਨੇਬਲੀ ਠੀਕ ਗੱਲ ਕਰਨ ਵਾਲਾ ਬੰਦਾ ਹੈਗਾ ਜੀ। ਸੋ ਕਿਉਂਕਿ ਮੈਨੂੰ ਹੁਣ ਇਹ ਤਾਂ ਨਹੀਂ ਪਤਾ, ਕਿਉਂਕਿ ਸਰਕਮਸਟੈਂਸਸ ਤਾਂ ਬਣੇ ਇੱਦਾਂ ਦੇ, ਪਰ ਮੈਨੂੰ ਲੱਗਦਾ ਵੀ ਉਸ ਸੀਨੀਅਰ ਲੀਡਰਸ਼ਿਪ ਨੂੰ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਜੀ। ਐਕਚੁਅਲੀ ਗੁਰਪ੍ਰੀਤ, ਮੈਂ ਫਿਰ ਉੱਥੇ ਹੀ ਆਉਣਾ। ਹਰ ਬੰਦਾ ਕਹਿੰਦਾ ਵੀ ਫਲਾਨਾ ਵੀ ਮਰ ਜਾਵੇ, ਫਲਾਨਾ ਵੀ ਮਰ ਜਾਵੇ, ਫਲਾਨਾ ਵੀ ਮਰ ਜਾਵੇ, ਮੈਂ ਹੀ ਰਹਿ ਜਾਵਾਂ। ਇੱਦਾਂ ਸੁਸਾਇਟੀ ਚੱਲਦੀ ਨਹੀਂ ਹੈ। ਅਸੀਂ ਜੇ ਇੰਨੇ ਲੂਜ਼ ਕਰ ਲਾਂਗੇ ਫਿਰ ਐਂਡ ਆਫ ਦਾ ਡੇ, ਐਕਚੁਅਲੀ ਹੁਣ ਬਾਦਲ ਜੇ ਅਕਾਲੀ ਦਲ ਦਾ ਦੇਖੀਏ ਕੀ ਹੋਇਆ ਬਈ, ਜੇ ਤੁਸੀਂ ਪਾਵਰ ਨੂੰ ਸੈਂਟਰਲਾਈਜ਼ ਕਰ ਲੈਂਦੇ ਆ, ਜੇ ਪਾਵਰ ਤੁਹਾਡੀ ਹੈ ਤਾਂ ਜ਼ਿੰਮੇਵਾਰੀ ਵੀ ਤਾਂ ਤੁਹਾਡੀ ਹੈ ਨਾ। ਜਦੋਂ ਤੱਕ ਅਸੀਂ ਪਾਵਰ ਨੂੰ ਜ਼ਿੰਮੇਵਾਰੀ ਨਾਲ ਰਿਲੇਟ ਕਰਕੇ ਨਹੀਂ ਤੁਰਦੇ ਜੀ, ਉਹਨਾਂ ਚਿਰ ਫਿਰ ਐਂਡ ਆਫ ਦਾ ਡੇ ਇੱਕ ਉਹ ਬੰਦਾ ਬਦਨਾਮ ਹੋ ਗਿਆ ਨਾ ਜੀ, ਫਿਰ ਸਾਰਾ ਕੁਝ ਹੀ ਤਹਿਸ ਨਹਿਸ ਹੋ ਜਾਊਗਾ। ਅਕਾਲੀ ਦਲ ਸਾਰਾ ਤਾਂ ਇਦਾਂ ਨਹੀਂ ਹੈਗਾ, ਕਿਉਂਕਿ ਸਾਰਾ ਦੇਖੋ ਪੰਜਾਬ ਦੇ ਵਿੱਚ ਬਹੁਤ ਸਮਾਂ ਅਕਾਲੀ ਦਲ ਨੇ ਰਾਜ ਕੀਤਾ, ਪਰ ਸਾਰਾ ਪੰਜਾਬ ਜਾਂ ਸਾਰਾ ਅਕਾਲੀ ਦਲ ਤਾਂ ਇਦਾਂ ਨਹੀਂ ਹੈਗਾ। ਲੇਕਿਨ ਜਦੋਂ ਸੈਂਟਰਲਾਈਜ਼ ਹੋ ਗਈ, ਕਿਉਂਕਿ ਹਰ ਚੀਜ਼ ਹੁੰਦਾ ਕੀ ਆ, ਮੰਨ ਲਓ ਜੇ ਹਰ ਚੀਜ਼ ਛੋਟੀ ਤੋਂ ਛੋਟੀ ਵੀ ਉੱਥੋਂ ਹੀ ਤੁਰਨੀ ਹੈਗੀ ਆ ਜੀ, ਤਾਂ ਫਿਰ ਉਹਦੇ ਰਿਪਰਕਸ਼ਨਸ ਵੀ ਤਾਂ ਉਹਨੂੰ ਹੀ ਪੈਣੇ ਆ ਨਾ। ਜਦੋਂ ਉਹਨੂੰ ਪੈਣੇ, ਮੈਂ ਤਾਂ ਕਹਿੰਦਾ ਵੀ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ, ਮੈਂ ਗੁਰਪ੍ਰੀਤ ਜੀ ਉਦੋਂ ਜਦੋਂ ਅਕਾਲੀ ਦਲ 'ਚ ਹੁੰਦਿਆਂ ਚਿੱਠੀ ਲਿਖੀ ਜੀ, ਮੈਂ ਜਿਹੜੀਆਂ ਗੱਲਾਂ ਲਿਖੀਆਂ ਮੈਂ ਪੰਜੇ ਸਿੰਘ ਸਭਾਨਾਂ ਨੂੰ ਵੀ ਲਿਖੀਆਂ, ਜਿਹੜੇ ਅਕਾਲ ਤਖਤ ਦੇ ਜਥੇਦਾਰ। ਇੱਕ ਜਥੇਦਾਰ ਸਾਹਿਬ ਦਾ ਮੈਨੂੰ ਫੋਨ ਆਇਆ, ਮੈਨੂੰ ਕਹਿੰਦੇ ਗੱਲ ਤਾਂ ਪ੍ਰਗਟ ਤੂੰ ਕੱਲੀ ਠੀਕ ਲਿਖੀ ਆ, ਪਰ ਸਾਡੇ 'ਚ ਜਾਨ ਨਹੀਂ ਰਹੀ, ਹੁਣ ਸਾਡੇ 'ਚ ਕਹਿਣ ਦਾ ਵਾਧਾ ਨਹੀਂ ਰਿਹਾ। ਅੱਛਾ, ਜੇ ਹੁਣ ਪੰਜਾਬੀ ਜਾਂ ਅਕਾਲੀ ਦਲ ਜਾਂ ਲੀਡਰਸ਼ਿਪ ਜੇ ਇੰਨੀ ਹੀ ਕੰਪਰੋਮਾਈਜ਼ ਕਰ ਜਾਊਗੀ, ਫਿਰ ਅਸੀਂ ਕਿਹੜੇ ਬਦਲਾਅ ਦੀ ਗੱਲ ਕਰਾਂਗੇ? ਅਸੀਂ ਕਿੱਧਰ ਨੂੰ ਤੁਰਾਂਗੇ? ਸਾਡੇ ਪੰਜਾਬ ਦਾ ਭਵਿੱਖ ਕੀ ਹੋਊਗਾ? ਸਾਡੇ ਪੰਜਾਬ ਦੇ ਬੱਚੇ ਜਿਹੜੇ ਆ ਉਹ ਕਿੱਧਰ ਨੂੰ ਤੁਰਨਗੇ? ਕਿਉਂਕਿ ਐਂਡ ਆਫ ਦਾ ਡੇ ਲੀਡ ਤਾਂ ਉਹਨੂੰ ਲੀਡਰ ਨੇ ਕਰਨਾ ਹੁੰਦਾ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਮੈਨੂੰ ਲੱਗਦਾ ਵੀ ਇਹ ਜਿਹੜੀ ਗੱਲ ਤੁਸੀਂ ਕਹੀ, ਇਹਨੂੰ ਹੁਣ ਕਿਤੇ ਨਾ ਕਿਤੇ ਅਕਾਲੀ ਦਲ ਦੀ ਲੀਡਰਸ਼ਿਪ ਵੀ ਮਹਿਸੂਸ ਕਰਦੀ ਹੈ, ਕਿਉਂਕਿ ਪਹਿਲਾਂ 17 'ਚੋਂ ਸਾਰਾ ਕੁਝ ਲੂਜ਼ ਕੀਤਾ, 17 ਤੋਂ ਬਾਅਦ ਇਹਨਾਂ ਇਲੈਕਸ਼ਨਾਂ 'ਚ ਤਾਂ ਬਿਲਕੁਲ ਹੀ 3 ਸੀਟਾਂ 'ਤੇ ਰਹਿ ਗਿਆ ਕੰਮ। ਪਰ ਉਸੇ ਰਾਹ 'ਤੇ ਹੁਣ ਜਿੱਦਾਂ ਕਾਂਗਰਸ ਪਾਰਟੀ ਤੁਰ ਪਈ, ਜਿਹਦਾ ਤੁਸੀਂ ਖੁਦ ਵੀ ਜ਼ਿਕਰ ਕੀਤਾ ਵੀ ਜਾਖੜ ਸਾਹਿਬ ਨੂੰ ਲੂਜ਼ ਕਰਨਾ ਮਾੜਾ ਸੀ, ਪਰ ਉਹਨਾਂ ਦੇ ਜਾਣ ਤੋਂ ਬਾਅਦ ਜਿਸ ਹਿਸਾਬ ਨਾਲ ਪ੍ਰਤੀਕਿਰਿਆ ਆਈ, ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਨ੍ਹਾਂ ਨੇ ਕਿਹਾ ਕਿ ਹਾਂਜੀ ਠੀਕ ਹੈ ਜੀ, ਗੱਲ ਚਲੀ ਜਾਣਾ ਚਾਹੀਦਾ ਸੀ, ਇਹਦਾ ਬੰਦਾ ਪਹਿਲਾਂ ਹੀ ਕੱਢ ਦੇਣਾ ਚਾਹੀਦਾ ਸੀ, ਇਹ ਬੰਦੇ ਨੇ ਤਾਂ ਪਹਿਲਾਂ ਆਪਣੇ ਅਹੁਦੇ ਮਾਣੇ ਜੀ, ਹੁਣ ਇਹ ਫਿਰ ਉਸ ਪਾਸੇ ਚਲਾ ਗਿਆ। ਇਹਦਾ ਕੀ? ਦੇਖੋ, ਈਦ ਮਗਰੋਂ ਨਾ ਤੰਬਾ ਨਹੀਂ ਫੂਕਣਾ ਚਾਹੀਦਾ। ਤੁਸੀਂ ਕਿਸੇ ਬੰਦੇ ਨਾਲ ਜੇ ਜ਼ਿੰਦਗੀ ਦੇ ਵਿੱਚ ਕੁਝ ਪਲ ਵੀ ਸਾਂਝੇ ਕੀਤੇ ਹੋਣ ਨਾ ਜੀ, ਤੇ ਉਹਦੀਆਂ ਚੰਗਿਆਈਆਂ ਦੇਖ ਲਓ ਯਾਰ, ਬੁਰਾਈਆਂ ਨਾ ਦੇਖੋ। ਅਸੀਂ ਬੁਰਾਈਆਂ ਫੜ ਕੇ ਦੇ ਦੇਣ, ਫਿਰ ਜੇ ਬੁਰਾਈ ਸੀ ਤਾਂ ਫਿਰ ਪਹਿਲਾਂ ਤੁਹਾਨੂੰ ਕਹਿਣਾ ਚਾਹੀਦਾ ਸੀ, ਫਿਰ ਤੁਹਾਡੇ 'ਚ ਪਹਿਲਾਂ ਜੁਰਤ ਹੋਣੀ ਚਾਹੀਦੀ ਸੀਗੀ। ਮੈਨੂੰ ਯਾਦ ਹੈ, ਦੇਖੋ ਮੇਰੇ ਨਾਲ ਚੰਗੇ ਜਾਖੜ ਸਾਹਿਬ ਦੇ ਰਿਲੇਸ਼ਨ, ਮੈਨੂੰ ਯਾਦ ਹੈ ਇੱਕ ਵਾਰੀ ਉਹਨੇ 2022 ਦੀ ਕੈਪਟਨ ਅਮਰਿੰਦਰ ਸਿੰਘ 2022 ਦੀ ਉਹਨੇ DP ਲਾਤੀ ਜੀ, ਤੇ ਮੈਂ ਉਹਨਾਂ ਦੇ ਅਗੇਂਸਟ ਸਟੇਟਮੈਂਟ ਦਿੱਤੀ। ਮੈਂ ਜਦੋਂ ਸਟੇਟਮੈਂਟ ਦਿੱਤੀ, ਬਾਅਦ 'ਚ ਮੈਨੂੰ ਕਹਿੰਦੇ ਯਾਰ ਗੱਲ ਤਾਂ ਤੇਰੀ ਠੀਕ ਹੈ,
ਵੀ ਇਹ ਡੀਪੀ ਲਾਉਣਾ ਮੇਰਾ ਬਣਦਾ ਨਹੀਂ ਸੀਗਾ। ਅੱਛਾ ਜੇ ਜ਼ਰੂਰਤ ਆ ਤਾਂ ਉਦੋਂ ਕਹਿ ਲਓ ਨਾ ਜੀ। ਅੱਛਾ ਉਦੋਂ ਤਾਂ ਸਾਰਾ ਕੁਝ ਤੁਸੀਂ ਕਹਿਣਾ ਵੀ ਤੁਸੀਂ ਵੀ ਬੜੇ ਚੰਗੇ ਜੀ, ਅਸੀਂ ਵੀ ਬੜੇ ਚੰਗੇ। ਐਕਚੁਅਲੀ ਇਹ ਜਿਹੜੀ ਪ੍ਰੋਬਲਮ ਹੈ ਨਾ, ਸਮੇਂ ਤੇ ਕਹਿਣਾ ਨਹੀਂ, ਸਮੇਂ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਨੂੰ ਰਿੜਕੀ ਜਾਣਾ। ਮੈਨੂੰ ਲੱਗਦਾ ਇਹ ਚੰਗੇ ਕਿਰਦਾਰ ਦੀ ਗੱਲ ਨਹੀਂ ਹੈ, ਇਹ ਚੰਗੀ ਆਰਗੇਨਾਈਜੇਸ਼ਨ ਦੀ ਗੱਲ ਨਹੀਂ ਹੈ। ਠੀਕ ਆ ਉਹਨਾਂ ਨੇ ਸਰਕਮਸਟੈਂਸਸ ਇਹੋ ਜਿਹੇ ਬਣੇ, ਉਹਨੇ ਬੀਜੇਪੀ ਨੂੰ ਉਹਨਾਂ ਨੂੰ ਗੁੱਟ ਲੱਗ ਗਿਆ, ਉੱਥੇ ਜਾ ਕੇ ਪੰਜਾਬ ਲਈ ਕੁਝ ਚੰਗਾ ਕਰ ਦੇਣਾ। ਵੀ ਅਸੀਂ ਤਾਂ ਕੀ ਚਾਹੁੰਦੇ ਆ, ਅਸੀਂ ਤਾਂ ਇਹ ਲੋਚਦੇ ਆ ਨਾ, ਮੰਨ ਲਓ ਇਹ ਥੋੜੀ ਆ ਕਿ ਮੈਂ ਪੰਜਾਬ ਲਈ ਇਕੱਲਾ ਹੀ ਚੰਗਾ ਕਰ ਸਕਦਾ ਤੇ ਗੁਰਪ੍ਰੀਤ ਨਹੀਂ ਕਰ ਸਕਦਾ। ਵੀ ਚਾਹੇ ਗੁਰਪ੍ਰੀਤ ਕਰ ਲਵੇ, ਚਾਹੇ ਮੈਂ ਕਰ ਲਵਾਂ, ਚਾਹੇ ਕੋਈ ਤੀਜਾ ਬੰਦਾ ਕਰ ਲਵੇ, ਜਿਹੜਾ ਮਰਜ਼ੀ ਕਰ ਲਵੇ, ਕਰੇ ਤਾਂ ਸਹੀ, ਕਰੇ ਤਾਂ ਸਹੀ ਨਾ। ਅੱਛਾ ਜਿਹੜੀ ਫਿਲਾਸਫੀ ਦੀ ਗੱਲ ਹੈ, ਆਈਡੀਆਲੋਜੀ ਦੀ ਗੱਲ ਆ, ਉਹ ਕਿਸੇ ਪਾਰਟੀ ਦੀ ਨਹੀਂ ਰਹੀ, ਕਿਸੇ ਇੰਡੀਵਿਜੂਅਲ ਦੀ ਨਹੀਂ ਰਹੀ। ਐ ਵੀ ਇਹ ਗੱਲਾਂ ਕਹਿਣ ਦੀਆਂ ਹੈਗੀਆਂ ਵੀ ਮੈਂ ਜੀ ਇਸ ਫਿਲਾਸਫੀ ਨੂੰ ਫੋਲੋ ਕਰਦਾ, ਇਸ ਫਿਲਾਸਫੀ ਨੂੰ ਫੋਲੋ ਕਰਦਾ। ਲੋਕੀ ਤਾਂ ਗੁਰੂ ਨਾਨਕ ਦੀ ਫਿਲਾਸਫੀ ਨੂੰ ਨਹੀਂ ਫੋਲੋ ਕਰਦੇ। ਜਿੱਥੇ ਅਪਰਚੁਨਿਟੀ ਮਿਲਦੀ ਆ, ਜੋ ਅਪਰਚੁਨਿਟੀ ਮਿਲਦੀ ਆ, ਉੱਥੇ ਹੀ ਜਿਹੜਾ ਹੈਗਾ ਸਾਡਾ ਕਿਰਦਾਰ ਤਾਂ ਇੱਥੇ ਆ ਗਿਆ। ਬਿਲਕੁਲ ਸਹੀ। ਸੋ ਇਸ ਕਰਕੇ ਇਹ ਕੋਈ ਗੱਲਾਂ ਕਹਿਣ ਵਾਲੀਆਂ ਰਹਿ ਨਹੀਂ ਗਈਆਂ, ਕਿਉਂਕਿ ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ। ਮੈਂ ਕਹਿੰਦਾ ਜੇ ਉਹ ਬੀਜੇਪੀ 'ਚ ਗਏ ਆ ਤੇ ਉੱਥੇ ਚੰਗਾ ਕੰਮ ਕਰ ਲੈਣ। ਉਹਨਾਂ ਨੂੰ ਜੇ ਕੋਈ ਇੱਥੇ ਘੁੱਟਣ ਮਹਿਸੂਸ ਹੋਈ ਆ ਜਾਂ ਕਈ ਚੀਜ਼ਾਂ ਮੈਨੂੰ ਵੀ ਪਤਾ ਵੀ ਕਈ ਚੀਜ਼ਾਂ ਹੋਈਆਂ ਹੈਗੀਆਂ ਜੀ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ। ਔਰ ਮੈਂ ਸਮੇਂ-ਸਮੇਂ ਤੇ ਜਿਹੜੇ ਬੰਦੇ ਵੀ ਜਿੰਨੇ ਕੁ ਜੋਗਾ ਮੈਂ ਹੈਗਾ, ਮੈਂ ਉਹ ਕਨਵੇ ਵੀ ਕਰਦਾ ਰਿਹਾ ਵੀ ਆਪਾਂ ਆਹ ਨਾ ਕਰੀਏ, ਆਹ ਨਾ ਕਰੀਏ। ਐਕਚੁਅਲੀ ਗੁਰਪ੍ਰੀਤ ਜੀ ਇਕੱਠੇ ਕਰਨ ਵਾਲੇ ਥੋੜ੍ਹੇ ਆ, ਵਿਗਾੜਨ ਵਾਲੇ ਬਹੁਤੇ ਆ। ਅੱਛਾ ਵਿਗਾੜ ਤੁਸੀਂ ਕਿਸੇ ਦਾ ਨਹੀਂ ਰਹੇ, ਤੁਸੀਂ ਪਹਿਲੀ ਗੱਲ ਆਪਣਾ ਵਿਗਾੜ ਰਹੇ ਆ, ਦੂਜੀ ਗੱਲ ਪੰਜਾਬ ਦਾ ਵਿਗਾੜ ਰਹੇ ਆ। ਇਹਦੇ 'ਚ ਮੈਨੂੰ ਇਨਸੀਡੈਂਟ ਯਾਦ ਆਉਂਦਾ, ਜਾਖੜ ਸਾਹਿਬ ਵਾਲੇ ਕੇਸ ਤੋਂ ਬਾਅਦ ਇਹ ਗੱਲ ਉੱਭਰੀ ਸੀਗੀ ਕਿ ਜੇ ਇਸੇ ਚੀਜ਼ ਦੇ ਉੱਪਰ ਹੀ ਜ਼ਿਕਰ ਕਰਨਾ ਜੀ ਪਾਰਟੀ ਤੋਂ ਵੱਖਰੀ ਗੱਲ ਚੱਲਦੀ ਹੈ। ਅਤੇ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਆਪਣੇ ਪੁੱਤਰ ਨੂੰ ਸੁਲਤਾਨਪੁਰ ਲੋਧੀਓਂ ਇਲੈਕਸ਼ਨ ਲੜਾਈ, ਠੋਕ ਕੇ ਲੜਾਈ। ਉਹ ਕਹਿੰਦੇ ਵੀ ਮੈਂ ਕਾਂਗਰਸ ਦਾ ਕੈਂਡੀਡੇਟ ਠਹਿਰਾਊਂਗਾ। ਉਹ ਵੀ ਤਾਂ ਇੱਕ ਪਾਰਟੀ ਦੇ ਡਿਸਿਪਲਿਨ ਤੋਂ ਬਾਹਰਲੀ ਗੱਲ ਸੀ, ਪਰ ਕੁਛ ਨਹੀਂ ਕਿਹਾ ਗਿਆ। ਫਿਰ ਜੇ ਆਪਾਂ ਹੁਣ ਦੀ ਗੱਲ ਕਰੀਏ, ਉਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਨੇ, ਉਹਨਾਂ ਨੇ ਇੱਕ ਪੋਸਟ ਪਾਈ, ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਜਿਹੜੇ ਬੰਦੇ ਕੱਲ੍ਹ ਤੱਕ ਕਹਿੰਦੇ ਸੀ ਮਨਪ੍ਰੀਤ ਬਾਦਲ ਹਰਾਓ, ਅੱਜ ਉਹ ਪ੍ਰਧਾਨ ਨੇ ਜਾਂ ਕਾਰਜਕਾਰੀ ਪ੍ਰਧਾਨ ਨੇ। ਇਹ ਜਿਹੜੀ ਇੱਕ ਵੱਖਰੇ ਖਿੱਤੇ ਦੀ ਆਪਸ ਦੇ ਵਿੱਚ ਇੰਡੀਵਿਜੂਅਲ ਲੜਾਈ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ, ਇਹ ਤੁਹਾਨੂੰ ਲੱਗਦਾ ਵੀ ਕਿਸੇ ਪਾਸੇ ਕਾਂਗਰਸ ਨੂੰ ਲੈ ਜਾਊਗੀ, ਜਾਂ ਫਿਰ ਇਹ ਆਪਾਂ ਇਹ ਦੇਖੀਏ ਵੀ ਜਿਵੇਂ ਚਰਚਾ ਚੱਲ ਪਈ ਆ ਬਹੁਤ ਦੇਰ ਪਹਿਲਾਂ ਚੱਲਦੀ ਸੀ ਵੀ ਉਹ ਕਹਿੰਦੇ ਵੀ ਅਸੀਂ ਕਾਂਗਰਸ ਮੁਕਤ ਭਾਰਤ ਬਣਾਉਣਾ, ਬੀਜੇਪੀ ਦੀ ਸਟੇਟਮੈਂਟ ਸੀਗੀ, ਇਹ ਉਧਰ ਨੂੰ ਆਪ ਹੀ ਤੁਰੇ ਜਾਂਦੇ। ਇਹ ਬੇਸਿਕਲੀ ਗੁਰਪ੍ਰੀਤ ਜੀ ਇਹ ਸਾਡਾ ਕਿਰਦਾਰ ਹੈ। ਦੇਖੋ ਨਾ ਹੁਣ ਆਪਣੇ ਪਿੰਡਾਂ 'ਚ ਚਲੇ ਜਾਓ, ਪਿੰਡਾਂ 'ਚ ਇੱਕ ਧੜਾ ਪਹਿਲਾਂ ਅਕਾਲੀ ਦਲ ਦਾ ਸੀਗਾ, ਇੱਕ ਕਾਂਗਰਸ ਦਾ ਸੀ, ਹੁਣ ਇੱਕ ਆਮ ਆਦਮੀ ਪਾਰਟੀ ਦਾ ਬਣ ਜਾਊਗਾ ਜੀ। ਕਿਸੇ ਪਿੰਡਾਂ 'ਚ BSP ਦਾ ਵੀ ਛੋਟਾ ਜਿਹਾ ਹੈਗਾ, ਕਾਮਰੇਡ ਵੀ ਥੋੜ੍ਹੇ ਜਿਹੇ ਹੈਗੇ ਆ, ਇੱਕ ਧੜਾ ਵੱਧ ਗਿਆ ਹੁਣ ਜੀ। ਮਤਲਬ ਉਹ ਜਿੰਨਾ ਚਿਰ ਇਸ ਡਿਸਕਸ਼ਨ ਦਾ ਹਿੱਸਾ ਨਹੀਂ ਬਣਦੇ ਵੀ ਯਾਰ ਜਿਹੜਾ ਲੀਡਰ ਆਉਂਦਾ ਉਹਨੂੰ ਪੁੱਛੋ ਤਾਂ ਸਹੀ ਸਾਡੀਆਂ ਗੌਰਮੈਂਟ ਦੀਆਂ ਪੋਲਿਸੀਜ਼ ਕੀ ਹੈਗੀਆਂ, ਉਹਨੇ ਪੈਸੇ ਇਕੱਠੇ ਕਿੱਥੋਂ ਕਰਨੇ ਆ ਤੇ ਖਰਚਣੇ ਕਿੱਦਾਂ ਆ। ਅੱਛਾ ਉਹ ਚੀਜ਼ਾਂ ਹੁੰਦੀਆਂ ਨਹੀਂ ਹੈ। ਅੱਛਾ ਸਿਮਿਲਰਲੀ ਇਹ ਉਹਦਾ ਵੱਡਾ ਰੂਪ ਆ। ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ 10 ਸਾਲਾਂ ਬਾਅਦ ਉਹ ਰਾਜ ਜਿਹੜਾ ਖੇਰੂ ਹੋ ਗਿਆ। ਇਹ ਤੁਹਾਨੂੰ ਮੈਂ ਦੱਸਿਆ ਵੀ ਇਹ ਲੀਡਰਸ਼ਿਪ ਦੀ ਲੜਾਈ 'ਚੋਂ ਇੱਦਾਂ ਦੀ ਜਿਹੜੀ ਆ ਉਹ ਗੱਲਾਂ ਨਿਕਲਦੀਆਂ। ਸਾਰਿਆਂ ਨੂੰ ਜਦੋਂ ਇੱਕੋ ਜਿਹਾ ਬਰਾਬਰ ਦਾ ਡੀਲ ਕਰੋ, ਕਿਉਂਕਿ ਚੰਨੀ ਜੀ ਨੇ ਆਪਣੇ ਭਰਾ ਨੂੰ ਵਿਡਰਾਅ ਨਹੀਂ ਕਰਾ ਸਕੇ ਜੀ। ਅੱਛਾ ਮੈਂ ਚੰਨੀ ਜੀ ਨੂੰ ਕਿਹਾ, ਮੈਂ ਕਿਹਾ ਚੰਨੀ ਜੀ ਤੁਸੀਂ ਜਾਂ ਤਾਂ ਇਹ ਸਟੇਟਮੈਂਟ ਦਿਓ ਠੋਕ ਕੇ ਵੀ ਹਾਂ ਵੀ ਇਹ ਸਾਡੇ ਨਾਲ ਇਹਦਾ ਕੋਈ ਨਾਤਾ ਨਹੀਂ ਹੈਗਾ। ਉਹਨੇ ਨਹੀਂ ਦਿੱਤੀ। ਅੱਛਾ ਰਾਣਾ ਜੀ ਦਾ ਮੁੰਡਾ ਤਾਂ ਖੜਾ ਹੀ ਹੋਇਆ। ਫਿਰ ਹੋਰ ਇੱਕ ਅੱਧਾ ਸ਼ਾਇਦ ਇੱਦਾਂ ਦੀ ਗੱਲ ਸੀਗੀ ਜਿੱਥੇ ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਕਿਉਂਕਿ ਸਾਰਿਆਂ ਨੂੰ ਫਿਰ ਇੱਕੋ ਜਿਹਾ ਵਰਤਾਅ ਕਰ ਲਓ, ਕਿੱਡੀ ਕਿਹੜੀ ਗੱਲ ਹੈ ਜੀ। ਠੀਕ ਹੈ ਨਾ, ਪਰ ਸਾਨੂੰ ਸਾਰਿਆਂ ਨੂੰ ਇੱਦਾਂ ਦੀ ਸੁਹਿਰਦਤਾ ਰੱਖਣੀ ਚਾਹੀਦੀ। ਦੇਖੋ ਐਂਡ ਆਫ ਦਾ ਡੇ ਅਸੀਂ ਮੈਂ ਤਾਂ ਟੀਮ 'ਚ ਖੇਡਦਾ ਰਿਹਾ, ਉਸ ਟੀਮ ਦੇ ਵਿੱਚੋਂ ਜੇ ਇੱਕ ਬੰਦਾ ਵੀ ਮਾੜਾ ਹੋਊਗਾ ਨਾ, ਉਹ ਸਾਰੀ ਟੀਮ ਦਾ ਸਤਿਆਨਾਸ਼ ਮਾਰ ਕੇ ਬਹਿ ਜਾਊਗਾ। ਬਿਲਕੁਲ ਸਹੀ। ਅੱਛਾ ਉਹਨੂੰ ਐਕਸੈਪਟ ਕਰੋ, ਉਹਨੂੰ ਐਕਸੈਪਟ ਕਰਕੇ ਉਹਦੀ ਜਗ੍ਹਾ ਜੋ ਜਗ੍ਹਾ ਬਣਦੀ ਆ ਉਸ ਜਗ੍ਹਾ 'ਤੇ ਉਹਨੂੰ ਕੰਮ ਕਰਨ ਦਿਓ, ਤਾਂ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਸਕੀਏ। ਅਸੀਂ ਇੱਕ ਪਾਸੇ ਕਹਾਂਗੇ ਵੀ ਹਾਂ ਵੀ ਮੈਂ ਤਾਂ ਪੰਜਾਬ ਦਾ ਬੜਾ ਖੈਰ ਖੁਆਇਆ, ਅਤੇ ਅੱਛਾ ਖੈਰ ਖੁਆਇਆ ਜੇ 60-62 MLA ਬਣ ਗਏ ਤਾਂ ਹੀ ਤਾਂ ਤੁਸੀਂ ਸਰਕਾਰ ਬਣਾਓਗੇ, ਨਹੀਂ ਤਾਂ ਅਦਰਵਾਈਜ਼ ਕਾਹਦੇ ਨਾਲ ਬਣਾ ਲਓਗੇ। ਠੀਕ ਆ ਇਕੱਲੇ ਹੁਣ ਬੈਂਸ ਸੀਗੇ, ਦੋਨੇ ਭਰਾ ਇਕੱਲੇ ਰਹੇ ਹੈ, ਇਸ ਵਾਰੀ ਦੋਨੇ ਵੀ ਹਾਰ ਗਏ। ਅੱਛਾ ਸਮੇਂ ਨੇ ਤਾਂ ਇੱਦਾਂ ਚੱਲਣਾ ਨਹੀਂ ਹੈਗਾ, ਸਮੇਂ ਨੇ ਤਾਂ ਤੁਰਦੇ ਰਹਿਣਾ। ਅੱਛਾ ਕੋਈ ਨਾ ਕੋਈ ਆਊਗਾ ਤੁਹਾਨੂੰ ਹਰਾ ਕੇ, ਅੱਛਾ ਤੁਸੀਂ ਫਿਰ ਕੰਟਰੀਬਿਊਟ ਕੀ ਕੀਤਾ,
ਕੰਟਰੀਬਿਊਟ ਤਾਂ ਇਹੀ ਕੀਤਾ ਨਾ ਵੀ ਹਾਂ ਵੀ ਤੁਸੀਂ ਇੰਨੀ ਈਗੋ ਪਾਲ ਲਈ, ਇੰਨਾ ਆਪਣਾ ਜਿਹੜਾ ਔਰਾ ਹੈਗਾ ਉਹਨੂੰ ਐਡਾ ਵੱਡਾ ਕਰ ਲਿਆ ਵੀ ਸ਼ਾਇਦ ਮੈਂ ਸਿਸਟਮ ਨਾਲੋਂ ਕਿਤੇ ਬਹੁਤ ਵੱਡਾ ਹੋ ਗਿਆ। ਸਿਸਟਮ ਨਾਲੋਂ ਕਦੀ ਕੋਈ ਬੰਦਾ ਵੱਡਾ ਤਾਂ ਹੁੰਦਾ ਹੀ ਨਹੀਂ ਹੈ। ਤੁਹਾਡਾ ਰੋਲ ਹੈ, ਤੁਸੀਂ ਰੋਲ ਪਲੇ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਯੰਗਸਟਰਸ ਨੂੰ ਚਾਂਸ ਦਿਓ ਤਾਂ ਕਿ ਯਾਰ ਉਹ ਗਾਂ ਆਪਣਾ ਗਾਂ ਗੱਲ ਤੁਰਨ। ਬਿਲਕੁਲ। ਅੱਛਾ, ਹੁਣ ਜੇ ਆਪਾਂ ਗੱਲ ਕਰੀਏ ਤੇ ਇੱਥੇ ਤੁਸੀਂ ਸਮਾਂ ਕੈਨੇਡਾ 'ਚ ਗੁਜ਼ਾਰ ਕੇ ਗਏ ਹੋ, ਬਹੁਤ ਸਾਰੇ ਤੁਸੀਂ ਇੱਧਰਲੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਹੋਵੋਗੇ। ਕੀ ਦਰਦ ਵੇਖਿਆ ਤੁਸੀਂ ਇਹਨਾਂ 'ਚ ਪੰਜਾਬ ਨੂੰ ਲੈ ਕੇ? ਨਹੀਂ ਦੇਖੋ, ਗੱਲ ਤਾਂ ਕਰਦੇ ਆ ਸਾਰੇ ਹੀ, ਗੱਲ ਤਾਂ ਕਰਦੇ। ਦੇਖੋ, ਦੋ ਤਰ੍ਹਾਂ ਦੀ ਗੱਲ ਹੈਗੀ ਆ। ਇੱਕ ਤਾਂ ਹੈਗੀ ਆ ਕੋਈ ਵੱਡੀ ਇੰਡਸਟਰੀ ਦੀ ਇਨਵੈਸਟਮੈਂਟ ਜੀ। ਇੱਕ ਮੈਂ ਤਾਂ NRIs ਨੂੰ ਇੱਕੋ ਗੱਲ ਕਹਿਣਾ ਹੁੰਦਾ ਜਿੱਥੇ ਵੀ ਜਾਵਾਂ ਵੀ ਯਾਰ ਆਪਣਾ ਪਿੰਡ, ਉਹਦੇ ਵਿੱਚ ਜੇ ਕਿਤੇ ਸਪੋਰਟਸ ਦੇ ਵਿੱਚ ਤੇ ਐਜੂਕੇਸ਼ਨ ਦੇ ਵਿੱਚ ਕਿਸੇ ਦੀ ਮਦਦ ਕਰ ਸਕਦੇ ਹੋ ਜੀ ਤੇ ਉਨੀ ਕੁ ਕਰ ਦਿਓ। ਜੇ ਕੋਈ ਵੱਡੇ ਲੈਵਲ ਤੇ ਕਰ ਸਕਦੇ ਆ ਤੇ ਕੋਈ ਚੰਗੀ ਯੂਨੀਵਰਸਿਟੀ ਜਾਂ ਚੰਗੀ ਕੋਈ ਮਤਲਬ ਇੰਟੈਲੈਕਚੁਅਲ ਪ੍ਰਾਪਰਟੀ ਕ੍ਰੀਏਟ। ਦੇਖੋ, ਐਂਡ ਆਫ ਦਾ ਡੇ ਜੇ ਸਾਡਾ ਹਿਊਮਨ ਰਿਸੋਰਸ ਚੰਗਾ ਬਣਿਆ, ਕਿਉਂਕਿ ਸਾਡੇ ਦੇਖੋ ਇੱਥੇ ਦੇ ਜਿਹੜੇ ਜਾਂ ਜਿੱਥੇ ਵੀ NRIs ਹੈਗੇ ਆ ਉਹਨਾਂ ਕੋਲ ਦੋ ਦੁਨੀਆ ਦਾ ਤਜਰਬਾ ਜੀ। ਇੱਕ ਸਾਡੇ ਰਾਜਪੁਰੇ ਤੋਂ ਅੰਦਰ ਵਾਲਿਆਂ ਦਾ ਤਜਰਬਾ, ਕਿਉਂਕਿ ਜਿਨ੍ਹਾਂ ਨੇ ਦੁਨੀਆ ਦੇਖੀ ਨਹੀਂ ਹੈ, ਹੁਣ ਭਾਵੇਂ ਸੋਸ਼ਲ ਮੀਡੀਆ ਤੇ ਤਾਂ ਭਾਵੇਂ ਦੇਖੀ ਦੁਖੀ ਜਾਣ, ਬਟ ਐਟ ਦਾ ਸੇਮ ਟਾਈਮ ਉਹਨਾਂ ਦਾ ਫਸਟ ਹੈਂਡ ਤਜਰਬਾ ਨਹੀਂ ਹੈ। ਇਹਨਾਂ ਲੋਕਾਂ ਦਾ ਫਸਟ ਹੈਂਡ ਤਜਰਬਾ ਹੈਗਾ ਵੀ ਇਹ ਸਿਸਟਮ ਕਿੱਦਾਂ ਰਨ ਹੁੰਦੇ ਆ ਤੇ ਅਸੀਂ ਕਿੱਦਾਂ ਰਨ ਕਰਦੇ ਆ, ਉਹਦੇ 'ਚ ਗੈਪ ਕਿੱਥੇ ਆ। ਉਹਦੇ ਜਿਹੜਾ ਗੈਪ ਹੈਗਾ ਜੇ ਉਹ ਪਿੰਡ ਪੱਧਰ ਤੇ, ਘਰ ਪੱਧਰ ਤੇ, ਮਹੱਲੇ ਪੱਧਰ ਤੇ ਜੇ ਭਰ ਜਾਵੇ ਤਾਂ ਸ਼ਾਇਦ ਹੌਲੀ ਹੌਲੀ ਉਹ ਜਿਹੜੀਆਂ ਚੇਂਜਸ ਜਿਹੜੀਆਂ ਉਹ ਕਿਤੇ ਨਾ ਕਿਤੇ ਸਾਡੀ ਸੁਸਾਇਟੀ 'ਚ ਆਉਣ। ਤੇ ਅਸੀਂ ਮੰਨ ਲਓ ਹੁਣ ਸਾਡੇ ਗਾਰਬੇਜ ਦੀ ਗੱਲ ਹੀ ਆ, ਮੈਂ ਅੱਜ ਸਵੇਰੇ ਬੇਟਾ ਚੱਕ ਕੇ ਨਾ ਬਾਹਰ ਰੱਖਣ ਡਿਆ ਸੀਗਾ ਵੀ ਮੈਂ ਅੱਜ, ਕਿਉਂਕਿ ਸ਼ੁੱਕਰਵਾਰ ਨੂੰ ਲੈ ਕੇ ਜਾਂਦੇ ਆ। ਅੱਛਾ, ਸਾਡੇ ਵੀ ਹੋ ਸਕਦਾ, ਐਡੀ ਤਾਂ ਕੋਈ ਗੱਲ ਨਹੀਂ ਹੈ। ਸਾਡੇ ਸਿਆਣੇ ਤੋਂ ਸਿਆਣਾ ਬੰਦਾ ਵੀ ਗੰਦ ਦਾ ਲਿਫਾਫਾ ਫੜਿਆ ਹੁੰਦਾ, ਚੰਗੀ ਗੱਡੀ ਹੁੰਦੀ ਆ, ਜਾਂਦਾ ਕਾਰ 'ਚ ਪੁਆ ਕੇ ਮਾਰਦਾ। ਸੋ ਇਹ ਚੀਜ਼ਾਂ ਹੌਲੀ ਹੌਲੀ ਇਹ ਇੱਕ ਸਿਵਲ ਸੁਸਾਇਟੀ ਦਾ ਹਿੱਸਾ ਹੈਗਾ। ਜਾਂ ਤਾਂ ਸਾਡੇ ਇਹ ਜਿਹੜੀ ਸਿਵਲਾਈਜੇਸ਼ਨ ਆ ਇਹ ਲੇਟ ਸ਼ੁਰੂ ਹੋਈ ਆ, ਕਿਉਂਕਿ ਯੂਰਪ ਦੇ ਵਿੱਚ ਅੱਜ ਤੋਂ 1000 1200 1500 ਸਾਲ ਪਹਿਲਾਂ ਸ਼ੁਰੂ ਹੋ ਗਈ ਤੇ ਉਹਦੇ ਇਹ ਇਫੈਕਟਸ ਹੈਗੇ ਆ ਤੇ ਸਾਡੇ ਲੇਟ ਸ਼ੁਰੂ ਹੋਈ ਆ। ਹੋ ਸਕਦਾ ਉਨਾ ਅਸੀਂ ਲੇਟ ਉੱਧਰ ਨੂੰ ਚੱਲੀਏ, ਪਰ ਉਨਾ ਲੇਟ ਹੋਈ ਜਾਵਾਂਗੇ ਤੇ ਸਾਡਾ ਜਿਹੜਾ ਉਹ ਪ੍ਰੈਸ਼ਰ ਹੈਗਾ, ਕਿਉਂਕਿ ਅਸੀਂ ਹੁਣ 135 40 ਕਰੋੜ ਹੈਗੇ ਆ, ਹੌਲੀ ਵਧੀ ਜਾਂਦੇ ਆ ਤੇ ਉਹ ਸ਼ਾਇਦ ਉਹੋ ਜਿਹੇ ਹਾਲਾਤ ਨਾ ਪੈਦਾ ਹੋਣ। ਔਰ ਹੈਵ ਤੇ ਹੈਵ ਨੋਟ ਵਾਲੀ ਗੱਲ ਵੀ ਬਹੁਤ ਵੱਡੀ ਜਿਹੜੀ ਆ ਉਹ ਪੋਲੀਟੀਕਲ ਬੰਦਿਆਂ ਨੇ ਵੀ ਉਭਾਰ ਦਿੱਤੀ, ਅਦਰਵਾਈਜ਼ ਸਿਸਟਮ ਨੇ ਵੀ ਉਭਾਰ ਦਿੱਤੀ। ਉਹਦੇ ਵਿੱਚ ਗੈਪ ਵੱਡਾ ਹੋ ਗਿਆ ਤੇ ਉਹਦੇ ਵਿੱਚ ਕ੍ਰਾਈਮ ਨੂੰ, ਉਹਦੇ ਵਿੱਚ ਹੋਰ ਚੀਜ਼ਾਂ ਨੂੰ ਜਿਹੜਾ ਜਨਮ ਜਿਹੜਾ ਉਹ ਮਿਲ ਰਿਹਾ ਹੈਗਾ। ਸੋ ਦੇਰ ਆਰ ਨੰਬਰ ਆਫ ਇਸ਼ੂਜ਼ ਜਿਨ੍ਹਾਂ ਤੇ ਸਾਨੂੰ ਬਹੁਤ ਸੁਹਿਰਦ ਹੋਣ ਦੀ ਜ਼ਰੂਰਤ ਹੈ। ਕਈ ਵਾਰੀ ਕਈ ਬੰਦੇ, ਗੁਰਪ੍ਰੀਤ, ਮੈਨੂੰ ਕਹਿੰਦੇ ਯਾਰ ਤੂੰ ਹੱਸਦਾ ਨਹੀਂ। ਮੈਂ ਕਿਹਾ ਯਾਰ ਅਦਰਵਾਈਜ਼ ਤਾਂ ਚਲੋ ਠੀਕ ਹੈ, ਬਟ ਅਸੀਂ ਜਦੋਂ ਸਿਸਟਮ ਦੀ ਗੱਲ ਕਰਦੇ ਹਾਂ ਉੱਥੇ ਹੱਸਣ ਵਾਲੀ ਗੱਲ ਤਾਂ ਲੰਮੀ ਚੌੜੀ ਹੈ ਨਹੀਂ ਗੀ। ਉਹ ਤਾਂ ਟੈਨਸ਼ਨ ਵਾਲੀ ਹੈ। ਉਹ ਤਾਂ ਬੇਸਿਕਲੀ ਮੈਂ ਕਹਿੰਦਾ ਟੈਨਸ਼ਨ ਵੀ ਨਾ ਰੱਖੋ, ਬਟ ਐਟ ਦਾ ਸੇਮ ਟਾਈਮ ਜੋ ਸੁਧਾਰ ਕਰ ਸਕਦੇ ਆ, ਮੈਂ ਕਮ ਸੇ ਕਮ ਜੋ ਮੈਂ ਕਰਾਂ ਉਹ ਤਾਂ ਕਮ ਸੇ ਕਮ ਸੁਹਿਰਦਤਾ ਨਾਲ ਕਰਾਂ। ਅੱਛਾ, ਬਾਕੀ ਜਿੱਦਣ ਸਮਝ ਆ ਜੂਗੀ ਦੂਸਰੇ ਬੰਦੇ ਨੂੰ ਉਹ ਵੀ ਕਰਨ ਲੱਗ ਪਊਗਾ, ਜਿੱਦਣ ਤੀਸਰੇ ਬੰਦੇ ਨੂੰ ਸਮਝਣ ਲੱਗ ਪਊਗੀ ਉਹ ਵੀ ਲੱਗ ਪਊਗਾ। ਬਿਲਕੁਲ ਜੀ। ਸੋ ਮਿਲ ਕੇ ਗੱਲ ਬਣਨੀ ਹੈ। ਤੁਸੀਂ ਸਮਾਂ ਕੱਢਿਆ ਤੇ ਅੱਜ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬੜਾ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਜੀ ਗੁਰਪ੍ਰੀਤ ਜੀ। ਸੋ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਜਿੰਨੀਆਂ ਕਿ ਗੱਲਾਂ ਬਾਤਾਂ ਤੁਸੀਂ ਸਰਦਾਰ ਪ੍ਰਗਟ ਸਿੰਘ ਹੋਰਾਂ ਕੋਲੋਂ ਸੁਣੀਆਂ ਹੋਣਗੀਆਂ, ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣੇ ਆ। ਬਾਕੀ ਜੋ ਆਪਣੀਆਂ ਜ਼ਿੰਮੇਵਾਰੀਆਂ ਨੇ ਆਪਾਂ ਉਹ ਵੀ ਨਿਭਾਉਂਦੇ ਰਹੀਏ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।